ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਮੈ ਮੁਜਾਵਰਨ ਮਤੋ ਮਤਾਇਓ, ਯਾ ਕੋ ਹੱਥ ਦਰਵਾਜਨ ਲਵਾਇਓ। ਲਾਗਤ ਕੁਲ ਦਰਵਾਜੇ ਹੈ, ਤੋ ਯਹ ਪੀਰ ਮੁਰੀਦ ਹਮ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਬਰ ਛਤਰ ਤਖਤ ਕੇ ਮਾਲਕ, ਸਾਹਿਬੇ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਰਬੱਤ ਗੁਰ ਸਿੱਖ ਸੰਗਤਾਂ ਵਡਭਾਗੀ ਹੋ। ਨੇਤਾਂ ਪ੍ਰਤ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬਾਨ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਕੇ ਜੀਵਨ ਨੂੰ ਸਫਲ ਬਣਾ ਰਹੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀਆਂ ਉਦਾਸੀਆਂ ਦੀ ਆਪਾਂ ਕਥਾ ਸਰਵਣ ਕੀਤੀ ਸੀ। ਹਰਿਦੁਆਰ, ਰਿਸ਼ੀਕੇਸ਼, ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਨਨਾਥਪੁਰੀ ਉੜੀਸੇ ਗਏ। ਰਾਜੇ ਸ਼ਿਵਨਾਵ ਦੇ ਪਾਸ ਜਾ ਕੇ ਉਸ ਨੂੰ ਨਿਹਾਲ ਕੀਤਾ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਮੱਕੇ ਦੇ ਦਰਸ਼ਨ ਨਹੀਂ ਕੀਤੇ। ਗੁਰੂ ਸਾਹਿਬ ਜੀ ਉਹਨਾਂ ਨੂੰ ਮੱਕੇ ਵਿਖੇ ਲੈ ਕੇ ਗਏ। ਉੱਥੇ ਇੱਕ ਦਰਵਾਜ਼ਾ ਜਿਹੜਾ ਉਹਨਾਂ ਬੰਦ ਕਰਕੇ ਰੱਖਿਆ ਸੀ ਕਿ ਕੋਈ ਵਲੀ ਆਵੇਗਾ, ਇਸ ਦਰਵਾਜ਼ੇ ਨੂੰ ਖੋਲ੍ਹੇਗਾ। ਗੁਰੂ ਸਾਹਿਬ ਜੀ ਦੇ ਉੱਥੇ ਪਹੁੰਚਣ ਨਾਲ ਉਹ ਦਰਵਾਜ਼ਾ ਖੁੱਲ੍ਹ ਗਿਆ। ਬਾਕੀ ਦਰਵਾਜ਼ੇ ਬੰਦ ਹੋ ਗਏ। ਪਾਤਸ਼ਾਹ ਜੀ ਮੱਕੇ ਵੱਲ ਚਰਨ ਕਰਕੇ ਲੰਮਾ ਪੈ ਗਏ। ਮੁਲਾਣਿਆਂ ਨੇ ਆ ਕੇ ਮਹਾਰਾਜ ਦੇ ਚਰਨ ਪਕੜ ਕੇ ਘੁਮਾ ਦਿੱਤੇ। ਜਿੱਧਰ ਨੂੰ ਚਰਨ ਕਰਦੇ ਮੱਕਾ ਉਧਰ ਨੂੰ ਘੁੰਮ ਜਾਂਦਾ ਹੈ, ਪਰ ਦਰਵਾਜ਼ੇ ਨਹੀਂ ਖੁੱਲੇ। ਪੰਜਾਬ ਤੋਂ ਗਏ ਹੋਏ ਜਿਹੜੇ ਮੁਲਾਣੇ ਸਨ, ਹੱਜ ਕਰਨ ਵਾਸਤੇ ਉਹ ਗਏ ਸਨ, ਉਹਨਾਂ ਨੇ ਗੁਰੂ ਸਾਹਿਬ ਦੀ ਪਛਾਣ ਦੱਸੀ। ਇਹ ਪੂਰਨ ਅਵਤਾਰ ਹਨ ਜਿਨ੍ਹਾਂ ਨੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਇੱਕ ਸਮਾਨ ਉਪਦੇਸ਼ ਬਖਸ਼ਿਆ ਹੈ। ਸੋ ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨੋਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਪਿਆਰ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਦੋਂ ਉਹਨਾਂ ਨੇ ਆਪਣੀ ਤਾਕਤ ਲਾਈ, ਬਲ ਲਾਇਆ, ਕਾਜ਼ੀਆਂ ਮੁਲਾਣਿਆਂ ਪਾਸੋਂ ਦਰਵਾਜ਼ੇ ਖੁੱਲ੍ਹੇ ਨਹੀਂ। ਪੰਜਾਬ ਦੇ ਮੁਲਾਣਿਆਂ ਨੇ ਸਮਝਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਏ ਨੇ, ਉਹਨਾਂ ਕਰਕੇ ਖੇਡ ਵਰਤੀ ਹੈ। ਤੋ ਜਾਓ, ਜਾ ਕੇ ਅਰਦਾਸ ਕਰੋ, ਉਹਨਾਂ ਨੂੰ ਕਹੋ ਵੀ ਕਿਰਪਾ ਕਰਨ। ਇਸ ਤਰ੍ਹਾਂ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਵਿਚਾਰ ਵਟਾਂਦਰਾ ਕੀਤਾ, ਮਤਾ ਪਕਾਇਆ ਹੈ। ਕਹਿੰਦੇ ਹਨ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਹੱਥ ਨੇ ਉਹ ਦਰਵਾਜ਼ਿਆਂ ਦੇ ਉੱਪਰ ਲਗਵਾਵਾਂਗੇ। ਜੇ ਉਹਨਾਂ ਦੇ ਹੱਥ ਲਾਉਣ ਦੇ ਨਾਲ, ਛੂਹਣ ਦੇ ਨਾਲ ਇਹ ਸਾਰੇ ਦਰਵਾਜ਼ੇ ਖੁੱਲ੍ਹ ਗਏ। ਇਹ ਸਾਡੇ ਪੀਰ ਹੋਣਗੇ ਤੇ ਅੱਜ ਤੋਂ ਬਾਅਦ ਅਸੀਂ ਇਹਨਾਂ ਦੇ ਮੁਰੀਦ ਬਣ ਜਾਵਾਂਗੇ, ਚੇਲੇ ਬਣ ਜਾਵਾਂਗੇ।
ਜਿਨ੍ਹਾਂ ਦੇ ਕਰ ਕਮਲਾਂ ਨਾਲ, ਇਹਨਾਂ ਦੇ ਹੱਥਾਂ ਨਾਲ ਇਹ ਦਰਵਾਜ਼ੇ ਖੁੱਲ ਗਏ। ਜੋ ਇਸ ਤੇ ਨੇ ਖੁੱਲੈ ਦਰਵਾਰ, ਪਰ ਜੇਕਰ ਇਹਨਾਂ ਦੇ ਕੋਲੋਂ ਇਹ ਦਰਵਾਜ਼ੇ ਨਾ ਖੁੱਲੇ, ਇਹਨਾਂ ਦੇ ਹੱਥ ਲਾਇਆ, ਜੇ ਇੱਥੋਂ ਦੇ ਦਰਵਾਜ਼ੇ ਨਾ ਖੁੱਲੇ ਸੋ ਇਸ ਦੇ ਯਗ ਜਾਨੋ ਮਾਰ, ਤੇ ਅਸੀਂ ਸਾਰੇ ਜਾਣੇ ਮਿਲ ਕੇ ਇਸ ਹਿੰਦੂ ਪੀਰ ਨੂੰ ਜਾਨੋਂ ਮਾਰ ਦਿਆਂਗੇ, ਜਿਉਂਦਾ ਨਹੀਂ ਰਹਿਣ ਦਿਆਂਗੇ। ਮੁਖ ਮੀਠੇ ਹੋਏ ਕਰੋ ਅਬ ਬਾਤ, ਹੁਣ ਤਾਂ ਮੁੱਖ ਮਿੱਠੇ ਹੋ ਕੇ, ਵੈਸੇ ਤਾਂ ਸੰਸਾਰ ਦੀ ਹਾਲਤ ਕੁਝ ਇਹੋ ਜਿਹੀ ਹੈ ਵੀ ਸਾਰੇ ਜਿਹੜੇ ਮੁੱਖ ਮਿੱਠੇ ਜ਼ਿਆਦੇ ਹੁੰਦੇ ਨੇ ਤੇ ਛੁਰੀ ਚਲਾਉਣ ਨੂੰ ਸਾਰੇ ਹੀ ਤੇਜ਼ ਹੁੰਦੇ ਨੇ। ਮੂੰਹ ਤੇ ਮਿੱਠੇ ਹੋਣਗੇ ਤੇ ਪਿੱਛੋਂ ਛੁਰੀ ਮਾਰਨਗੇ, ਛੁਰੀ ਚਲਾਉਣਗੇ। ਇਹ ਸਮਾਜ ਦਾ ਜਿਹੜਾ ਨਾ ਇੱਕ ਸੁਭਾਅ ਹੀ ਹੈ, ਮੂੰਹ ਨਾਲ ਨਹੀਂ ਵਿਗਾੜਨੀ। ਅਸੀਂ ਕਹਿੰਦੇ ਨਾ ਮੂੰਹ ਤੋਂ ਪੂਰੇ ਰਹੋ ਤੇ ਅੰਦਰੋਂ, ਮੂੰਹ ਤੋਂ ਮਿੱਠੇ ਰਹੋ ਤੇ ਅੰਦਰੋਂ ਪੂਰੇ ਰਹੋ। ਇਹ ਸਮਾਜ ਦਾ ਜਿਹੜਾ ਹਾਲ ਅੱਜ ਦੇ ਸਮੇਂ ਵਿੱਚ ਬਣਿਆ ਹੋਇਆ ਭਾਈ, ਜਾਂ ਤਾਂ ਅੰਦਰੋਂ ਬਾਹਰੋਂ ਇੱਕ ਹੋ ਜਾਓ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਜੇ ਮੁਖ ਵਿੱਚ ਕੁਝ ਹੋਰ ਹੈ ਤੇ ਮਨ ਵਿੱਚ ਕੁਝ ਹੋਰ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਕੱਚੇ ਆਖੀਦਾ, ਭਾਵ ਤੁਸੀਂ ਕੱਚੇ ਹੋ, ਕਿਉਂ ਮਨ ਵਿੱਚ ਤੁਹਾਡੇ ਕੁਝ ਹੋਰ ਚੱਲਦਾ ਤੇ ਜ਼ਬਾਨ ਤੇ ਕੁਝ ਹੋਰ ਹੈ। ਹਜ਼ੂਰ ਦਾ ਇੱਕ ਹੋਰ ਬਚਨ ਆਉਂਦਾ ਹੈ ਕਿ ਬੰਦਾ ਆਪਣੇ ਮੁਖ ਦੇ ਨਾਲ ਬੜੀਆਂ ਮਿੱਠੀਆਂ ਗੱਲਾਂ ਕਰਦਾ, ਪਰ ਜੀਆਂ ਕੋਹਤ ਨਾ ਸੰਗੈ ਪ੍ਰਾਣੀ, ਪਰ ਜੀਵਾਂ ਨੂੰ ਕਹੁੰਦਿਆਂ ਹੋਇਆ ਨਹੀਂ ਸੰਗਦਾ। ਇੱਥੇ ਕਾਜੀ ਮੌਲਾਣੇ ਵੀ ਕਹਿੰਦੇ ਵੀ ਕੋਈ ਗੱਲ ਨਹੀਂ, ਇੱਕ ਵਾਰੀ ਪਰਖ ਕੇ ਵੇਖ ਲੈਨੇ ਆ, ਮਿੱਠੇ ਜਿਹੇ ਹੋ ਕੇ ਇੱਕ ਵਾਰੀ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਇਸ ਤਰ੍ਹਾਂ ਆਪਾਂ ਸਾਰੇ ਜਾਣੇ ਮਿਲ ਕੇ ਇਹਨਾਂ ਦੀ ਇੱਥੇ ਕਰਾਮਾਤ ਵੇਖਾਂਗੇ। ਇਸ ਤਰ੍ਹਾਂ ਸਾਰੇ ਕਾਜੀ ਮੁਲਾਣੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਖਲੋ ਗਏ ਹਨ। ਅਰਬੀ ਬੋਲਦੇ ਸਨ, ਉੱਥੋਂ ਦੇ ਵਸਨੀਕ ਸਨ, ਅਰਬ ਦੇ ਰਹਿਣ ਵਾਲੇ। ਅਰਬੀ ਦੇ ਵਿੱਚ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਜਿਸ ਜ਼ਬਾਨ ਵਿੱਚ ਉਹਨਾਂ ਨੇ ਸਵਾਲ ਕੀਤੇ, ਅਰਦਾਸ ਕੀਤੀ ਹੈ, ਉਸੇ ਜ਼ਬਾਨ ਵਿੱਚ, ਜ਼ਬਾਨ ਦਾ ਭਾਵ ਹੈ ਭਾਸ਼ਾ, ਉਸੇ ਹੀ ਭਾਸ਼ਾ ਵਿੱਚ, ਬੋਲੀ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਉੱਤਰ ਦਿੱਤਾ ਹੈ। ਆਦਰ ਸਤਿਕਾਰ ਕਰਕੇ ਉਹਨਾਂ ਨੂੰ ਕੋਲ ਬਿਠਾਇਆ। ਵੇਖੋ ਨਾ ਲੱਤ ਵੀ ਮਾਰੀ, ਮਹਾਰਾਜ ਦੇ ਚਰਨ ਪਕੜ ਕੇ ਦੂਜੇ ਪਾਸੇ ਘਸੀਟ ਕੇ ਵੀ ਕੀਤੇ, ਪਰ ਫਿਰ ਵੀ ਮਾਣ ਕੀਤਾ, ਆਦਰ ਕੀਤਾ ਗੁਰੂ ਸਾਹਿਬ ਨੇ ਉਹਨਾਂ ਦਾ। ਇਹ ਸੁਭਾਅ ਹੁੰਦਾ ਨਾ ਮਨੁੱਖ ਦਾ। ਚਲੋ ਅੱਜ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਦਾ ਸੁਭਾਅ ਹੀ ਇੱਦਾਂ ਦਾ ਬਣ ਗਿਆ ਹੈ ਕਿ ਅੰਦਰ ਮਨੁੱਖ ਦੇ ਕ੍ਰੋਧ ਹੈ। ਗੁਰਬਾਣੀ ਨੇ ਉਹਨੂੰ ਚੰਡਾਲ ਹੀ ਆਖਿਆ। ਵਾਕਈ ਸਾਡਾ ਸਾਰਿਆਂ ਦਾ ਸੁਭਾਅ ਇੱਦਾਂ ਦਾ ਹੀ ਬਣਿਆ ਹੋਇਆ। ਜੋ ਸਾਡੇ ਕੋਲ ਹੁੰਦਾ ਹੈ ਉਹੀ ਆਪਾਂ ਵੰਡਣ ਦਾ ਯਤਨ ਕਰਦੇ ਹਾਂ, ਸਿੱਖਦੇ ਆਪਾਂ ਕੁਝ ਵੀ ਨਹੀਂ। ਪਰ ਗੁਰੂ ਸਾਹਿਬ ਦਾ ਸੁਭਾਅ ਸੀਗਾ, ਭਾਵੇਂ ਉਹਨਾਂ ਨੇ ਮਹਾਰਾਜ ਦੀ ਬੇਅਦਬੀ ਕੀਤੀ, ਪਰ ਉਹਨਾਂ ਦਾ ਆਦਰ ਹੀ ਕੀਤਾ, ਸਤਿਕਾਰ ਹੀ ਕੀਤਾ ਗੁਰੂ ਸਾਹਿਬ ਜੀ ਨੇ, ਤੇ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਆਪਣੇ ਪਾਸ ਬਿਠਾਇਆ ਹੈ। ਉਹਨਾਂ ਕਾਜੀ ਮੁਲਾਣਿਆਂ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਸਤਿਗੁਰੂ ਕਿਰਪਾ ਕਰੋ, ਸਾਡੀ ਖਤਾ ਬਖਸ਼ ਦਿਓ, ਗਲਤੀ ਬਖਸ਼ ਦਿਓ ਜੋ ਸਾਡੇ ਕੋਲੋਂ ਹੋਈ ਹੈ। ਕਿਰਪਾ ਕਰਕੇ ਤੁਸੀਂ ਆਪਣੇ ਕਰ ਕਮਲ ਲਾ ਕੇ, ਹੱਥ ਲਾ ਕੇ ਇਹ ਕਿਵਾੜ ਦਰਵਾਜ਼ੇ ਜਿਹੜੇ ਬੰਦ ਹੋਏ ਨੇ ਇਹ ਖੋਲ ਦਿਓ। ਇੱਥੇ ਅਨੇਕਾਂ ਹੀ ਦੇਸ਼ਾਂ ਵਿੱਚੋਂ ਹਾਜੀ ਹੱਜ ਕਰਨ ਵਾਸਤੇ ਆਏ ਨੇ। ਕਿਰਪਾ ਕਰਕੇ ਇੱਥੋਂ ਦਾ ਦਰਵਾਜ਼ਾ ਖੋਲ ਕੇ ਤੇ ਇਹਨਾਂ ਹਾਜੀਆਂ ਦੇ ਕੋਲੋਂ ਹੱਜ ਕਰਵਾ ਦਿਓ। ਉਹਨਾਂ ਦੀ ਅਰਦਾਸ ਬੇਨਤੀ ਸੁਣ ਕੇ ਮੇਰੇ ਸਤਿਗੁਰੂ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਬਚਨ ਆਖੇ ਹਨ। ਸਤਿਗੁਰੂ ਜੀ ਕਹਿੰਦੇ ਮਰਦਾਨਾ ਜੀ ਉੱਠੋ, ਉੱਠ ਕੇ ਦਰਵਾਜ਼ੇ ਖੋਲ ਦਿਓ। ਵੇਖੋ ਸਾਹਿਬ ਦੇ ਹੱਥ ਵਡਿਆਈ ਹੈ, ਜਿਹਨੂੰ ਦੇਣਾ ਚਾਹਣ ਉਹਨੂੰ ਹੀ ਬਖਸ਼ ਦਿੰਦੇ ਨੇ। ਗੁਰੂ ਸਾਹਿਬ ਜੀ ਆਪ ਨਹੀਂ ਉੱਠੇ, ਭਾਈ ਮਰਦਾਨੇ ਨੂੰ ਆਖਿਆ। ਪਰ ਇੱਥੋਂ ਇਹ ਵੀ ਸਮਝ ਲਓ
ਕਿ ਜਿੱਥੇ ਵਲੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਨ ਨਾ, ਉਹਨਾਂ ਨੇ ਸੋਚਿਆ ਵੀ ਕੋਈ ਵਲੀ ਪੀਰ ਆਵੇਗਾ, ਉਹ ਦਰਵਾਜ਼ੇ ਖੋਲ੍ਹੇਗਾ ਇੱਥੇ ਆ ਕੇ। ਗੁਰੂ ਸਾਹਿਬ ਦੇ ਆਉਣ ਦੇ ਨਾਲ ਹੀ ਦਰਵਾਜ਼ੇ ਖੁੱਲ੍ਹ ਗਏ, ਹੱਥ ਲਾਉਣ ਦੀ ਲੋੜ ਨਹੀਂ ਪਈ। ਉਹਨਾਂ ਨੇ ਸੋਚਿਆ ਵੀ ਇਹਨਾਂ ਦੇ ਕਰ ਕਮਲ ਲੱਗਣਗੇ ਤੇ ਦਰਵਾਜ਼ੇ ਖੁੱਲ੍ਹਣਗੇ, ਵੇਖਾਂਗੇ ਵੀ ਇਹਨਾਂ ਵਿੱਚ ਕਰਾਮਾਤ ਕਿੰਨੀ ਕੁ ਹੈ। ਪਰ ਗੁਰੂ ਸਾਹਿਬ ਨੇ ਖੇਡ ਵਰਤਾ ਦਿੱਤੀ, ਮਰਦਾਨਿਆ ਤੂੰ ਉੱਠ। ਉਹਨਾਂ ਨੂੰ ਸਮਝਾ ਦਿੱਤਾ ਕਿ ਸਾਡੀ ਗੱਲ ਤਾਂ ਦੂਰ ਦੀ ਹੈ, ਇੱਥੇ ਤਾਂ ਸਾਡੇ ਸੇਵਕ ਵੀ ਬੜੇ ਵੱਡੇ ਵਲੀ ਹੁੰਦੇ ਨੇ। ਤੇ ਭਾਈ ਮਰਦਾਨੇ ਨੂੰ ਆਖਿਆ, ਉੱਠ ਮਰਦਾਨਿਆ, ਜਾ ਕੇ ਦਰਵਾਜ਼ਾ ਖੋਲ, ਹੱਥ ਲਾ ਜਾ ਕੇ ਤਾਲੇ ਨੂੰ, ਤਾਂ ਕਿ ਸਾਰੇ ਦਰਵਾਜ਼ੇ ਖੁੱਲ੍ਹ ਜਾਣ। ਇਹ ਬਚਨ ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਉੱਠੇ, ਆਗਿਆ ਪਾ ਕੇ ਉਹਨਾਂ ਨੇ ਹੱਥ ਲਾਇਆ ਤੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਭਾਈ ਸਾਹਿਬ ਭਾਈ ਮਰਦਾਨੇ ਨੂੰ ਮੱਕੇ ਮਦੀਨੇ ਦੇ ਦਰਸ਼ਨ ਕਰਾਏ ਹਨ। ਇਸ ਤੋਂ ਉਪਰੰਤ ਸਤਿਗੁਰੂ ਜੀ ਅੱਗੇ ਨੂੰ ਚੱਲ ਪਏ ਹਨ ਮਨੁੱਖਾਂ ਦਾ ਉਧਾਰ ਕਰਨ ਵਾਸਤੇ। ਸਤਿਗੁਰੂ ਮਹਾਰਾਜ ਪੱਛਮ ਨਾਮ ਦਾ ਜਿਹੜਾ ਦੇਸ਼, ਭਾਵ ਪੱਛਮ ਦੇ ਇਲਾਕੇ ਵਿੱਚ ਜਿਹੜੇ ਦੇਸ਼ ਵਸਦੇ ਨੇ, ਉਸ ਪਾਸੇ ਨੂੰ ਯਾਤਰਾ ਤੇ ਗਏ ਹਨ। ਇਸ ਤਰ੍ਹਾਂ ਉੱਥੋਂ ਜੀਵਾਂ ਦਾ ਉਧਾਰ ਕਰਦਿਆਂ ਕਰਦਿਆਂ ਹੋਰ ਅਗਾਂਹ ਨੂੰ ਲੰਘ ਗਏ ਹਨ। ਇਸ ਤਰ੍ਹਾਂ ਚਲਦਿਆਂ ਚਲਦਿਆਂ ਹੋਰ ਕਿਤੇ ਅਗਾਂਹ ਨੂੰ ਜਾਈ ਜਾ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮੁੰਦਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋ ਗਏ, ਭਾਵ ਉੱਥੇ ਜਿਹੜੇ ਟਾਪੂ ਸਨ ਉਹਨਾਂ ਟਾਪੂਆਂ ਦੇ ਵਿੱਚ ਰਹਿੰਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਗਏ ਹਨ। ਉੱਥੇ ਵਰਨ ਦੇਵਤਾ ਗੁਰੂ ਸਾਹਿਬ ਨੂੰ ਮਿਲਿਆ, ਜਿਹਨੂੰ ਆਪਾਂ ਖਵਾਜਾ ਕਹਿ ਦਿੰਦੇ ਹਾਂ, ਤੇ ਮੁਸਲਮਾਨ ਖਵਾਜਾ ਆਖਦੇ ਨੇ, ਤੇ ਹਿੰਦੂ ਇਹਨੂੰ ਵਰਨ ਦੇਵਤਾ ਆਖਦੇ ਨੇ, ਜਿਹਨੂੰ ਜਲ ਦਾ ਦੇਵਤਾ ਕਹਿੰਦੇ ਨੇ। ਆ ਜਦੋਂ ਮੀਂਹ ਆਦਿਕ ਨਾ ਪਵੇ ਤੇ ਖਵਾਜਾ ਪੂਜ ਲਓ, ਉਹਨੂੰ ਚਾਵਲ ਖਵਾ ਦਿਓ। ਪਰ ਕਮਾਲ ਦੀ ਗੱਲ ਹੈ, ਖਵਾਜਾ ਵੀ ਕਮਾਲ ਦਾ ਬੰਦਾ, ਵੀ ਚਾਵਲ ਖਾ ਕੇ ਖੁਸ਼ ਹੋ ਜਾਂਦਾ ਹੈ। ਆਖੇ ਜੀ ਚਾਵਲ ਖਵਾ ਦਿਓ ਤੇ ਮੀਂਹ ਪੈ ਜਾਏਗਾ, ਭਾਵ ਕਿ ਲੋਕ ਰੱਬ ਦੀ ਪੂਜਾ ਛੱਡ ਕੇ ਇਹਨਾਂ ਦੇ ਚੱਕਰਾਂ ਵਿੱਚ ਪਏ ਹੋਏ ਨੇ। ਕੋਈ ਗੁੱਗਾ ਤੇ ਸੇਵੀਆਂ ਖਵਾ ਦਿਓ ਤਾਂ ਖੁਸ਼ ਹੋ ਜਾਂਦਾ ਹੈ। ਕਮਾਲ ਦੀ ਗੱਲ ਹੈ ਵੀ ਸੇਵੀਆਂ ਨਾਲ ਹੀ ਪ੍ਰਸੰਨ ਹੋ ਗਿਆ, ਵੀ ਉਹਨੂੰ ਕਿਹੜਾ ਸੇਵੀਆਂ ਨਹੀਂ ਮਿਲਦੀਆਂ, ਵੀ ਜੇ ਤਾਕਤਵਰ ਤੇ ਆਪਣੀਆਂ ਬਣਾ ਕੇ ਆਪ ਖਾ ਲਏ। ਪਰ ਲੋਕਾਂ ਨੇ ਵਹਿਮ ਬਣਾਇਆ ਹੋਇਆ ਹੈ। ਸੋ ਇਸ ਕਰਕੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਵਰਨ ਨੂੰ ਮਿਲੇ ਹਨ, ਖਵਾਜੇ ਨੂੰ ਮਿਲੇ ਹਨ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀਆਂ ਗੱਲਾਂ, ਬਾਬੇ ਦੀਆਂ ਬਾਤਾਂ ਬਾਬਾ ਆਪ ਹੀ ਜਾਣਦਾ ਹੈ। ਜਿਹੜੇ ਮੁਸਲਮਾਨ ਨੇ ਉਹਨੂੰ ਖਵਾਜਾ ਖਿਜਰ ਆਖਦੇ ਹਨ। ਉਹ ਆਪਣੀ ਬੋਲੀ ਵਿੱਚ ਇਸੇ ਤਰ੍ਹਾਂ ਹੀ ਆਖਦੇ ਨੇ, ਭਾਵ ਹਿੰਦੂ ਵਰਨ ਕਹਿ ਦਿੰਦੇ ਨੇ ਤੇ ਮੁਸਲਮਾਨ ਉਹਨੂੰ ਖਵਾਜਾ ਖਿਜਰ ਕਹਿ ਦਿੰਦੇ ਹਨ। ਉਹਨਾਂ ਟਾਪੂਆਂ ਦੇ ਵਿੱਚ ਸਮੁੰਦਰੀ ਇਲਾਕੇ ਵਿੱਚ ਵਿਚਰਦਿਆਂ ਭਾਈ ਮਰਦਾਨੇ ਅੰਦਰ ਭੋ ਜਿਹਾ ਪੈਦਾ ਹੋ ਗਿਆ। ਮਹਾਰਾਜ ਇੰਨੀ ਖਤਰਨਾਕ ਜਗ੍ਹਾ ਤੇ ਮੈਂ ਕਦੇ ਸੋਚੀ ਵੀ ਨਹੀਂ, ਜਿੱਥੇ ਆਪ ਜੀ ਵਿਚਰ ਰਹੇ ਹੋ, ਲੋਕਾਂ ਦਾ ਉਧਾਰ ਕਰ ਰਹੇ ਹੋ। ਤੇ ਬੇਨਤੀਆਂ ਕਰਕੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਵਤਨ ਪੰਜਾਬ ਵਾਪਸ ਲੈ ਆਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸੁਣਿਆ ਕਿ ਇੱਥੇ ਵੱਡਾ ਉੱਤਮ ਪਰਬਤ ਦੇਸ਼ ਹੈ, ਜਿਹਨੂੰ ਸ਼ਮੇਰ ਪਰਬਤ ਆਖਦੇ ਹਨ। ਇਸੇ ਪ੍ਰਕਾਰ ਉੱਥੇ ਬੜੇ ਸਿੱਧ ਸਾਧ ਸੁਣੀਦੇ ਨੇ ਜਿਹੜੇ ਰਹਿੰਦੇ ਨੇ, ਦੇਵੀ ਦੇਵਤੇ ਆਦਿਕ ਉਹਨਾਂ ਦਾ ਨਾਮ ਸੁਣੀਦਾ, ਜਿਹੜੇ ਉੱਥੇ ਬਹਿ ਕੇ ਤਪੱਸਿਆ ਆਦਿਕ ਕਰਦੇ ਹਨ। ਸੋ ਉਸੇ ਹੀ ਦੇਸ਼ ਦੀ ਸੈਰ ਕਰਨ ਵਾਸਤੇ, ਜੀਵਾਂ ਦਾ ਉਧਾਰ ਕਰਨ ਵਾਸਤੇ, ਲਾਭ ਕੀ ਹਾਨੀ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹ ਉਪਦੇਸ਼ ਲੋਕਾਂ ਨੂੰ ਦ੍ਰਿੜ ਕਰਨ ਵਾਸਤੇ, ਸਮਝਾਉਣ ਵਾਸਤੇ ਮਹਾਰਾਜ ਪਰਬਤ ਦੇ ਇਲਾਕੇ ਨੂੰ ਚੱਲੇ ਹਨ।
ਇਸ ਤਰ੍ਹਾਂ ਪਹਿਲਾਂ ਨੀਹਲ ਜਿਹਾ ਇਲਾਕਾ ਸੀ, ਭਾਵ ਛੋਟੇ ਛੋਟੇ ਪਰਬਤ, ਜਿੱਥੋਂ ਪਰਬਤ ਸ਼ੁਰੂ ਹੁੰਦੇ ਨਾ ਪਹਿਲਾਂ ਨੀਵਾਂ ਇਲਾਕਾ ਹੁੰਦਾ ਹੈ, ਛੋਟੇ ਛੋਟੇ ਪਹਾੜ ਹੋਣਗੇ। ਇਸ ਤਰ੍ਹਾਂ ਜਿਹੜਾ ਨੀਹਲ ਇਲਾਕਾ ਸੀ, ਛੋਟੇ ਪਰਬਤ ਸਨ, ਉਹਨਾਂ ਵਿੱਚੋਂ ਮਹਾਰਾਜ ਅਗਾਂਹ ਨੂੰ ਜਾ ਰਹੇ ਹਨ। ਇਸੇ ਪ੍ਰਕਾਰ ਫਿਰ ਕਾਲੇ ਰੰਗ ਦੇ ਪਹਾੜ, ਵੱਡੇ ਵੱਡੇ ਧੌਲੇ ਪਹਾੜ, ਉਹਨਾਂ ਤੇ ਜਾ ਚੜ੍ਹੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਉੱਥੇ ਜੋ ਜੋ ਸਤਿਗੁਰਾਂ ਨੇ ਮਨੁੱਖਾਂ ਨੂੰ ਉਪਦੇਸ਼ ਦਿੱਤਾ, ਜੇਕਰ ਉਹ ਕੱਲੀ ਕੱਲੀ ਮੈਂ ਕਥਾ ਲਿਖਣ ਲੱਗਾ ਤੇ ਕਿਤੇ ਗ੍ਰੰਥ ਨਾ ਵੱਧ ਜਾਏ, ਤੇ ਮੈਂ ਇਸ ਕਰਕੇ ਥੋੜਾ ਸੰਕੋਚ ਕਰ ਜਾਨਾ ਵੀ ਵਿਸਥਾਰ ਦੇ ਨਾਲ ਕਥਾ ਨਹੀਂ ਲਿਖਦਾ। ਜਿਨ੍ਹਾਂ ਦੇ ਮਨ ਦੇ ਅੰਦਰ ਇਹ ਕਥਾ ਸੁਣਨ ਦੀ ਚਾਹਨਾ ਹੋਵੇ, ਇੱਛਾ ਹੋਵੇ, ਜਿਹੜੇ ਹੋਰ ਖਾਲਸੇ ਪੰਥ ਦੇ ਗ੍ਰੰਥ ਨੇ ਉਹਨਾਂ ਦੇ ਕੋਲੋਂ ਭਾਈ ਜਾ ਕੇ ਉਹ ਕਥਾ ਸੁਣ ਲਓ। ਜੇ ਸਤਿਗੁਰ ਜੀ ਤਗ ਪੁਜੇ, ਦੇਖਿਓ ਠੀਕ ਨਾ ਕੋਈ। ਸਤਿਗੁਰ ਜੀ ਜਦੋਂ ਪਰਬਤ ਦੇ ਇਲਾਕੇ ਵਿੱਚ ਪਹੁੰਚੇ ਨੇ, ਉੱਥੋਂ ਦੇ ਲੋਕਾਂ ਨੂੰ ਜਾ ਕੇ ਗੁਰੂ ਸਾਹਿਬ ਨੇ ਵੇਖਿਆ ਵੀ ਇਹਨਾਂ ਵਿੱਚੋਂ ਦਾ ਕੋਈ ਵੀ ਠੀਕ ਨਹੀਂ, ਭਾਵ ਕੋਈ ਧਰਮ ਦੇ ਰਾਹ ਤੇ ਨਹੀਂ ਚੱਲਦਾ। ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਕੋਈ ਮੜੀਆਂ ਦੀ, ਕੋਈ ਮੱਠਾਂ ਦੀ ਪੂਜਾ ਕਰਦਾ ਹੈ, ਕੋਈ ਸ਼ਿਵਲਿੰਗ ਆਦਿਕ ਦੀ ਪੂਜਾ ਕਰ ਰਿਹਾ, ਪੱਥਰ ਪੂਜ ਰਿਹਾ ਹੈ। ਬਾਬਾ ਜੀ ਜਾਵੇ ਦੇਸ। ਇਸ ਤਰ੍ਹਾਂ ਜਿੱਥੇ ਜਿੱਥੇ ਬਾਬਾ ਜੀ ਜਿਹੜੇ ਜਿਹੜੇ ਦੇਸ਼ ਦੇ ਵਿੱਚ ਜਾਂਦੇ ਹਨ, ਉਥੋਂ ਦੇ ਲੋਕਾਂ ਨੂੰ ਸੱਚੇ ਨਾਮ ਦਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਵਾਹਿਗੁਰੂ ਵਾਹਿਗੁਰੂ ਜਪਣ ਦੀ ਪ੍ਰੇਰਨਾ ਕਰਦੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਦੌਰਾਨ ਜਿਹੜਾ ਕੈਪਟਨ ਮਰੀ ਸੀਗਾ, ਉਹਨੇ ਸਾਨੂੰ ਸਵਾਲ ਕੀਤਾ ਹੈ, ਕਿਉਂਕਿ ਜਦੋਂ ਮਹਾਰਾਜ ਪਰਬਤੀ ਇਲਾਕੇ ਵਿੱਚ ਗਏ, ਸ਼ਮੇਰ ਪਰਬਤ ਤੇ ਸਿੱਧਾਂ ਨਾਲ ਮੇਲ ਹੋਇਆ ਗੁਰੂ ਸਾਹਿਬ ਦਾ, ਤੇ ਸਿੱਧਾਂ ਨਾਲ ਬੜੀ ਗਹਿਰੀ ਚਰਚਾ ਗੁਰੂ ਸਾਹਿਬ ਦੀ ਹੋਈ, ਤੇ ਸਿੱਧ ਗੋਸ਼ਟ ਨਾਮਕ ਜਿਹੜੀ ਬਾਣੀ ਹੈ ਗੁਰੂ ਸਾਹਿਬ ਨੇ ਉੱਥੇ ਉਚਾਰਨ ਕੀਤੀ, ਤੇ ਇਹ ਸਿੱਧ ਗੋਸ਼ਟ ਬਾਣੀ ਰਾਗ ਰਾਮਕਲੀ ਵਿੱਚ ਸੁਸ਼ੋਭਿਤ ਹੈ, ਕਿ ਜਿੱਥੇ ਗੁਰੂ ਸਾਹਿਬ ਮਹਾਰਾਜ ਦਾ ਸਿੱਧਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ, ਉਹਨਾਂ ਦੇ ਨਾਲ ਗੋਸ਼ਟੀ ਹੋਈ। ਅੱਜ ਕੱਲ੍ਹ ਵੈਸੇ ਤਾਂ ਗੋਸ਼ਟੀ ਰਹਿ ਨਹੀਂ ਗਈ, ਖਿਮਾ ਕਰਿਓ, ਉਦੋਂ ਸ਼ਬਦ ਵਰਤਦੇ ਸੀ ਗੋਸ਼ਟੀ, ਵਿਚਾਰ ਚਰਚਾ, ਤੇ ਅੱਜ ਕੱਲ੍ਹ ਵਤੰਡਾਵਾਦ ਹੁੰਦਾ, ਜਿੱਥੇ ਵੀ ਧਰਮ ਦੀ ਗੱਲ ਹੁੰਦੀ ਹੈ ਨਾ, ਤੇ ਉੱਥੇ ਲੜਾਈ ਝਗੜਾ ਹੀ ਹੁੰਦਾ। ਗੁਰੂ ਸਾਹਿਬ ਸਿੱਧਾਂ ਨਾਲ ਬਹਿ ਕੇ ਵੀ ਗੋਸ਼ਟੀ ਕਰਦੇ ਸਨ, ਉਹ ਭਾਵੇਂ ਹੰਕਾਰੀ ਸਨ, ਕ੍ਰੋਧੀ ਵੀ ਸਨ, ਪਰ ਉਹਨਾਂ ਨਾਲ ਗੋਸ਼ਟ ਕਰਕੇ ਸੱਚ ਦਾ ਉਪਦੇਸ਼ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ। ਤੇ ਕਈ ਵਿਦਵਾਨ ਮਹਾਂਪੁਰਸ਼ ਇਹ ਵੀ ਕਹਿੰਦੇ ਵੀ ਜਪਜੀ ਸਾਹਿਬ ਜੀ ਦਾ ਕਾਫੀ ਜਿਹੜਾ ਹਿੱਸਾ ਹੈ ਉਹ ਸਿੱਧਾਂ ਦੇ ਨਾਲ ਗੋਸ਼ਟ ਕਰਦਿਆਂ ਮਹਾਰਾਜ ਨੇ ਉਚਾਰਿਆ। ਜਦੋਂ ਆਪਾਂ ਬਚਨ ਪੜ੍ਹਦੇ ਹਾਂ ਨਾ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਾਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਹ ਕਈ ਪੌੜੀਆਂ ਜਿਹੜੀਆਂ ਸਨ ਗੁਰੂ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੀ ਉਚਾਰਨ ਕੀਤੀਆਂ। ਰਾਗ ਆਸਾ ਵਿੱਚ ਵੀ ਬੇਅੰਤ ਸ਼ਬਦ ਆਉਂਦੇ ਨੇ, ਸਿੱਧਾਂ ਦੇ ਨਾਲ ਚਰਚਾ ਦੌਰਾਨ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਇਸ ਤਰ੍ਹਾਂ ਇਹ ਸਾਰੀ ਕਥਾ ਸੁਣ ਕੇ ਕੈਪਟਨ ਮਰੀ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੂੰ ਕਹਿਣ ਲੱਗਾ ਕਿ ਭਾਈ ਰਤਨ ਸਿੰਘ ਜੀ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜਿਹੜਾ ਨਾ, ਉਹਦਾ ਕੋਈ ਅੰਤ ਨਹੀਂ ਜਾਣ ਸਕਦਾ। ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਜਿਹੜੀ ਹੈ ਬੜੀ ਗੰਭੀਰ ਹੈ, ਸਮੁੰਦਰ ਦੇ ਵੱਤ ਬੜੀ ਡੂੰਘੀ ਹੈ। ਕਹਿੰਦੇ ਸਿੱਧ ਸਾਧਕ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ, ਗੁਰੂ ਕਾ ਇਤਿਹਾਸ ਹੈ ਨਾ, ਉਹਨੂੰ ਜਾਣ ਜਾਣ ਕੇ ਉਹ ਥੱਕ ਗਏ, ਪਰ ਅੰਤ ਨਹੀਂ ਪਾ ਸਕੇ। ਸੋ ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ ਹਨ, ਤੇ ਮੈਂ ਵੀ ਕੈਪਟਨ ਮਰੀ ਨੂੰ ਆਖਿਆ ਕਿ ਗੁਰੂ ਸਾਹਿਬ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਨੇ, ਮੇਰੇ ਕੋਲੋਂ ਕਿਹੜਾ ਸਾਰੀ ਕਥਾ ਕਹਿ ਹੋਈ ਹੈ, ਮੈਂ ਵੀ ਤਾਂ ਕੇਵਲ ਕੈਪਟਨ ਸਾਹਿਬ ਤੁਹਾਨੂੰ ਸੰਖੇਪ ਦੇ ਵਿੱਚ ਹੀ ਕਥਾ ਸੁਣਾਈ ਹੈ। ਫਿਰ ਗੁਰੂ ਸਾਹਿਬ ਜੀ ਨੇ ਆਕਾਸ਼ ਦੀ ਸੈਰ ਵੀ ਕੀਤੀ ਹੈ। ਆਕਾਸ਼ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ, ਜਦੋਂ
ਸਤਿਗੁਰੂ ਸਮੇਰ ਪਰਬਤ ਤੇ ਗਏ ਤੇ ਸਮੇਰ ਪਰਬਤ ਤੋਂ ਅੱਗੇ ਚਾਲਾ ਪਾਇਆ ਸੀ ਜਿੱਥੇ ਗੁਰੂ ਸਾਹਿਬ ਜੀ ਭਗਤ ਧਰੂ ਇਸੇ ਪ੍ਰਕਾਰ ਰਿਸ਼ੀ ਕਾਕ ਪਸੁੰਡ ਆਦਿਕ ਉਹਨਾਂ ਨੂੰ ਮਿਲੇ ਤੇ ਇੱਥੋਂ ਦੂਜੀ ਵਾਰੀ ਸੱਚਖੰਡ ਗਏ ਮਹਾਰਾਜ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸ੍ਰੀ ਰਹਿਰਾਸ ਸਾਹਿਬ ਜੀ ਦੀ ਸੋਧਰ ਆਉਂਦੀ ਹੈ, ਉਹ ਸੋਧਰ ਪਰਮੇਸ਼ਰ ਦੇ ਦਰ ਤੇ ਮਹਾਰਾਜ ਨੇ ਉਚਾਰਨ ਕੀਤੀ ਹੈ। ਦੂਜੀ ਸੋਧਰ ਆਉਂਦੀ ਹੈ ਰਹਿਰਾਸ ਸਾਹਿਬ ਵਿੱਚ, ਜਪਜੀ ਸਾਹਿਬ ਵਿੱਚ, ਥੋੜਾ ਫਰਕ ਹੈ ਸੋਧਰ ਦੇ ਵਿੱਚ। ਤੇ ਜਦੋਂ ਸਤਿਗੁਰੂ ਸੱਚਖੰਡ ਗਏ ਸਨ ਨੰਬਈ ਨਦੀ ਰਾਹੀਂ ਤੇ ਬੇਬੇ ਨਾਨਕੀ ਨੇ ਆਖਿਆ ਮਹਾਰਾਜ ਸੱਚਖੰਡ ਕਿੱਦਾਂ ਦਾ ਹੈ। ਉਦੋਂ ਫਿਰ ਮਹਾਰਾਜ ਨੇ ਦੂਜੀ ਵਾਰ ਫਿਰ ਸੋਧਰ ਉਚਾਰੀ, ਸੋਧਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਰਹਿਰਾਸ ਸਾਹਿਬ ਜੀ। ਫਿਰ ਜਦੋਂ ਮਹਾਰਾਜ ਸੱਚਖੰਡ ਗਏ ਨਾ ਸ਼ਮੇਰ ਪਰਬਤ ਦੇ ਰਾਹੀਂ, ਜਿਹਦਾ ਜ਼ਿਕਰ ਇੱਥੇ ਆਉਂਦਾ ਵੀ ਬਾਬਾ ਜੀ ਨੇ ਆਕਾਸ਼ ਦੀ ਸੈਰ ਵੀ ਕੀਤੀ, ਕਈ ਰਿਸ਼ੀਆਂ ਨੂੰ ਮਿਲਦੇ ਆ, ਕਾਕ ਪਸੁੰਡ ਰਿਸ਼ੀ ਨੂੰ ਮਿਲਦੇ ਆ, ਭਗਤ ਧਰੂ ਆਦਿਕ ਨੂੰ ਮਿਲਦਿਆਂ ਹੋਇਆ ਮਹਾਰਾਜ ਸੱਚਖੰਡ ਗਏ। ਉੱਥੇ ਤੀਜੀ ਸੋਧਰ ਉਚਾਰੀ। ਜਦੋਂ ਰਾਗ ਆਸਾ ਸ਼ੁਰੂ ਹੁੰਦਾ ਹੈ ਉੱਥੇ ਫਿਰ ਤੀਜੀ ਸੋਧਰ ਫਿਰ ਆਉਂਦੀ ਹੈ। 3 ਸੋਧਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਅਲੱਗ-ਅਲੱਗ ਸਮੇਂ ਉਚਾਰਨ ਕੀਤੀਆਂ, 2 ਵਾਰੀ ਸੱਚਖੰਡ ਵਿੱਚ, ਪਹਿਲੀ ਵਾਰੀ ਤੇ ਫਿਰ ਜਦੋਂ ਦੂਜੀ ਵਾਰੀ ਸੱਚਖੰਡ ਗਏ ਗੁਰੂ ਸਾਹਿਬ ਜੀ ਤੇ ਇੱਕ ਬੇਬੇ ਨਾਨਕੀ ਜੀ ਦੇ ਸਵਾਲ ਕਰਨ ਤੇ ਮੇਰੇ ਪਾਤਸ਼ਾਹ ਨੇ ਸੋਧਰ ਇਸ ਤਰ੍ਹਾਂ ਉਚਾਰਨ ਕੀਤੀ ਹੈ। ਸੋ 3 ਸੋਧਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। ਇਹਦਾ ਭਾਵ ਸੋਧਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਕਿ ਉਹ ਵਾਹਿਗੁਰੂ ਦਾ ਦਰ, ਉਹਦਾ ਘਰ ਕਿਹੋ ਜਿਹਾ ਹੈ ਜਿੱਥੇ ਬਹਿ ਕੇ ਉਹ ਪਰਮੇਸ਼ਰ ਅਕਾਲ ਪੁਰਖ ਸਾਰਿਆਂ ਦੀ ਸੰਭਾਲਣਾ ਕਰਦੇ। ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਣਾਰੇ। ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਅਨੇਕਾਂ ਹੀ ਕਹਿੰਦੇ ਵਾਜੇ ਵੱਜ ਰਹੇ ਨੇ, ਅਨਹਦ ਨਾਦ ਵੱਜ ਰਹੇ ਨੇ ਤੇ ਕਿੰਨੇ ਹੀ ਉਹਨਾਂ ਫਿਰ ਅੱਗੇ ਨਾਦਾਂ ਨੂੰ ਵਜਾਉਣ ਵਾਲੇ ਵੀ ਨੇ, ਭਾਂਤ ਦੇ ਸਾਜ਼ ਵੱਜਦੇ ਉਹਦੇ ਪਰਮੇਸ਼ਰ ਦੇ ਦਰ ਤੇ। ਸਾਰੀ ਸੌਦਰ ਜਿਹੜੀ ਹੈ ਜਦੋਂ ਉਹਨੂੰ ਪੜ੍ਹੀਏ ਤੇ ਇਹ ਪਰਮੇਸ਼ਰ ਦੇ ਦਰ ਦੀ ਮਹਿਮਾ ਹੀ ਬਿਆਨ ਕੀਤੀ ਹੈ ਕਿ ਉੱਥੇ ਕੀ ਵਰਤਾਰਾ ਵਰਤਦਾ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਕਾਸ਼ ਦੀ ਵੀ ਸੈਰ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜ਼ਮੀਨ ਦੀ ਭਾਵ ਮਾਤ ਲੋਕ ਦੀ ਵੀ ਬਹੁਤ ਸੈਰ ਕੀਤੀ ਹੈ। ਵੇਖੋ ਇਹ ਬਚਨ ਕਿੰਨੀ ਵਾਰੀ ਆ ਗਿਆ, ਕਰੀਬਨ ਹਰ ਇੱਕ ਅੰਗ ਤੇ ਹਰ ਇੱਕ ਪੌੜੀ ਵਿੱਚ ਹਰ ਇੱਕ ਛੰਦ ਦੇ ਵਿੱਚ ਹੀ ਬਚਨ ਆ ਰਿਹਾ ਵੀ ਬਾਬੇ ਦੀ ਗਤ ਬਾਬਾ ਆਪ ਹੀ ਜਾਣਦਾ ਹੈ ਕਿ ਬਾਬੇ ਦਾ ਅੰਤ ਨਹੀਂ ਕੋਈ ਪਾ ਸਕਦਾ। ਤੇਰੇ ਕਵਣ ਕਵਣ ਗੁਣ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਪਾਤਸ਼ਾਹ ਤੁਹਾਡੇ ਕਿਹੜੇ ਗੁਣਾਂ ਨੂੰ ਅਸੀਂ ਬਿਆਨ ਕਰੀਏ। ਹਾਂਜੀ, ਬਾਬੇ ਦੀ ਗੱਤ ਜਾਂ ਤਾਂ ਬਾਬਾ ਆਪ ਜਾਣਦਾ ਤੇ ਜਾਂ ਫਿਰ ਨਾਲ ਜਿਹੜੇ ਫਿਰਦੇ ਨੇ ਉਹ ਜਾਣਦੇ ਨੇ। ਇਹ ਇਸ਼ਾਰਾ ਕਿਹਨਾਂ ਵੱਲ? ਭਾਈ ਬਾਲੇ ਵੱਲ ਤੇ ਭਾਈ ਮਰਦਾਨੇ ਵੱਲ, ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਵਿਚਰੇ ਤੇ ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਸਾਰੇ ਕੌਤਕ ਵੇਖੇ ਹਨ। ਇਸ ਤਰ੍ਹਾਂ ਜਿੱਥੇ ਵੀ ਗੁਰੂ ਸਾਹਿਬ ਜੀ ਨੇ ਚਰਨ ਪਾਏ, ਜੇ ਇਕੱਲੀ ਜਗ੍ਹਾ ਦਾ ਨਾਂ ਦੱਸਣਾ ਕਰੀਏ ਫਿਰ ਗ੍ਰੰਥ ਵੱਧ ਜਾਏਗਾ ਤੇ ਜੇ ਉਹ ਕਥਾ ਆਪਾਂ ਲਿਖਣਾ ਚਾਹੀਏ, ਇਸ ਕਰਕੇ ਬਹੁਤੀ ਆਪਾਂ ਵਿਸਥਾਰ ਨਾਲ ਉਹ ਕਥਾ ਲਿਖ ਨਹੀਂ ਸਕਦੇ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀ ਕਥਾ ਹੋਰ ਗ੍ਰੰਥਾਂ ਦੇ ਵਿੱਚ ਨਹੀਂ ਲਿਖੀ ਗਈ, ਜਿਹੜੀ ਕਥਾ ਹੋਰ ਗ੍ਰੰਥਾਂ ਦੇ ਵਿੱਚ ਨਹੀਂ ਲਿਖੀ ਗਈ ਉਹ ਤਾਂ ਅਸੀਂ ਇੱਥੇ ਲਿਖ ਦਿੰਦੇ ਹਾਂ, ਪਰ ਜਿਹੜੀ ਕਥਾ ਹੋਰ ਗ੍ਰੰਥਾਂ ਵਿੱਚ ਲਿਖੀ ਹੋਈ ਹੈ ਤੇ ਮੈਂ ਨਹੀਂ ਸਮਝਦਾ ਵੀ ਉਹਨੂੰ ਇੱਥੇ ਲਿਖਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਜਿਹੜੀ ਕਥਾ ਹੋਰ ਗ੍ਰੰਥਾਂ ਵਿੱਚ ਲਿਖੀ ਆ ਉਹ ਕੇਵਲ ਸੂਚੀ ਮਾਤਰ, ਸੰਖੇਪ ਮਾਤਰ ਲਿਖ ਦਿੱਤੀ ਹੈ। ਹਾਂ, ਜੇਕਰ ਇਹ ਕਥਾ ਪਹਿਲਾਂ ਕਿਤੇ ਨਾ ਲਿਖੀ ਹੁੰਦੀ ਤਾਂ ਮੈਂ ਜ਼ਰੂਰ ਮਿਹਨਤ ਕਰਦਾ ਤੁਹਾਨੂੰ ਸਰਵਣ ਕਰਾਉਣ ਵਿੱਚ, ਲਿਖਣ ਵਿੱਚ। ਤੇ ਜਿਹੜੀ ਸਾਖੀ, ਜਿਹੜਾ ਇਤਿਹਾਸ ਹੋਰ ਗ੍ਰੰਥਾਂ ਵਿੱਚ ਨਹੀਂ ਲਿਖਿਆ ਗਿਆ ਤੇ ਜ਼ਰੂਰੀ ਹੈ ਕਿ ਉਹ ਜਿਹੜੀ ਕਥਾ ਇੱਥੇ ਲਿਖੀ ਜਾਏ ਤੇ ਉਸ ਕਥਾ ਨੂੰ ਮੈਂ ਲਿਖਿਆ ਵੀ ਜ਼ਰੂਰ ਹੈ ਜਿਹੜੀ ਕਿਤੇ ਹੋਰ ਨਹੀਂ ਲਿਖੀ ਗਈ। ਜੋ ਆਗੇ ਹੈ ਅੰਤ ਕਰੀ ਸੋ ਮੈਂ ਕਰੀ ਘਟਾਏ। ਭਾਈ ਸਾਹਿਬ ਕਹਿੰਦੇ ਜਿਹੜੀ ਕਥਾ ਅੱਗੇ ਬਹੁਤ ਜ਼ਿਆਦੀ ਹੈ, ਵਿਸਥਾਰਾਂ ਦੇ ਨਾਲ ਗ੍ਰੰਥਾਂ ਵਿੱਚ ਲਿਖੀ, ਮੈਂ ਘਟਾ ਕੇ ਸੰਖੇਪ ਵਿੱਚ ਲਿਖ ਦਿੱਤੀ ਹੈ। ਆਗੇ ਹੈ ਪ੍ਰਚਨ ਜੋ ਸੋ ਮੈਂ
ਪ੍ਰਗਟਾਏ। ਤੇ ਜਿਹੜਾ ਇਤਿਹਾਸ, ਜਿਹੜੀ ਕਥਾ ਥੋੜੀ ਪ੍ਰਛਿੰਨ ਹੈ, ਬਹੁਤ ਥੋੜੀ ਹੈ, ਟੂਕ ਮਾਤਰੀ ਕਿਤੇ ਲਿਖੀ ਗਈ ਹੈ, ਉਹਦਾ ਮੈਂ ਜ਼ਰੂਰ ਵਿਸਥਾਰ ਕਰ ਦਿੱਤਾ ਹੈ। ਆਗੇ ਸਾਕੀ ਜੋ ਸੁਨੋ, ਉਤੇ ਪਠਾਨ ਦਿੱਲੀ ਪਾਤਸ਼ਾਹੇ। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਅੱਗੇ ਦੀ ਸਾਖੀ ਕਥਾ ਸਰਵਣ ਕਰੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਚਰਨ ਪਾਉਂਦੇ ਨੇ, ਉਸ ਸਮੇਂ ਉੱਥੇ ਜਿਹੜਾ ਪਠਾਨ ਸੀਗਾ ਉਹ ਦਿੱਲੀ ਦਾ ਪਾਤਸ਼ਾਹ ਸੀਗਾ। ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਵੀ ਬਾਬਰ ਦੇ ਆਉਣ ਤੋਂ ਪਹਿਲਾਂ ਪਠਾਨ ਸਨ, ਇੱਥੇ ਪਠਾਨ ਰਾਜ ਕਰਦੇ ਸਨ ਤੇ ਮੁਗਲ ਜਿਹੜੇ ਸਨ ਉਹ ਬਾਅਦ ਵਿੱਚ ਆਏ ਸਨ। ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ, ਇਹ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਰਦੇ ਨੇ। ਤੇ ਇਸ ਪ੍ਰਕਾਰ ਜਿਹੜਾ ਦਿੱਲੀ ਦਾ ਪਾਤਸ਼ਾਹ ਸੀ ਉਹ ਇੱਕ ਪਠਾਨ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਉਹਦੇ ਤੇ ਕਰੋਪੀ ਕੀਤੀ। ਕਰੋਪੀ ਦਾ ਵੈਸੇ ਅਖਰੀ ਅਰਥ ਹੁੰਦਾ ਹੈ ਵੀ ਗੁੱਸਾ ਕਰਨਾ, ਕ੍ਰੋਧ ਕਰਨਾ, ਸ਼ਰਾਪ ਦੇ ਦੇਣਾ ਕਿਸੇ ਨੂੰ ਗੁੱਸੇ 'ਚ ਆ ਕੇ। ਮਹਾਰਾਜ ਨੇ ਕਰੋਪੀ ਜ਼ਰੂਰ ਕੀਤੀ, ਪਰ ਕਰੋਪੀ ਦਾ ਮਤਲਬ ਇਹ ਨਹੀਂਗਾ ਵੀ ਉਹਨੂੰ ਸ਼ਰਾਪ ਦੇ ਦਿੱਤਾ ਹੈ। ਕਾਰਨ ਇਹ ਸੀ ਕਿ ਉਹ ਬਾਦਸ਼ਾਹ ਬੜਾ ਜ਼ੁਲਮੀ ਹੋ ਚੁੱਕਾ ਸੀਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਰੋਪੀ ਦੇ ਵਿੱਚ ਆ ਕਰਕੇ ਉਹਨਾਂ ਦਾ ਜਿਹੜਾ ਤਖਤ ਸੀ ਉਹ ਤਖਤ ਪਲਟਾ ਦਿੱਤਾ। ਪਠਾਣਾ ਦੇ ਕੋਲੋਂ ਰਾਜ ਭਾਗ ਜਿਹੜਾ ਉਹ ਸਾਰਾ ਹੀ ਖੋਹ ਲਿਆ ਹੈ। ਜਿਹੜਾ ਬ੍ਰਹਮ ਖਾਨ ਲੋਧੀ ਸੀਗਾ ਉਸ ਸਮੇਂ ਉਹ ਦਿੱਲੀ ਦਾ ਰਾਜਾ ਸੀ, ਬਾਦਸ਼ਾਹ ਸੀ, ਜਿਹੜਾ ਉੱਥੇ ਰਾਜ ਕਰਦਾ ਹੈ। ਇਹ ਜਾਣ ਲਓ ਕਿ ਉਸ ਸਮੇਂ ਉਹਦਾ ਮਾੜਾ ਵਕਤ ਆ ਗਿਆ, ਉਹਦਾ ਕਾਲ ਦਾ ਸਮਾਂ ਆ ਗਿਆ ਹੈ। ਉਹਨੇ ਕੀ ਕੀਤਾ, ਉੱਥੇ ਜਿੰਨੇ ਵੀ ਸਿੱਧ ਸਾਧੂ ਪੀਰ ਫਕੀਰ ਬੰਦਗੀ ਕਰਨ ਵਾਲੇ ਸਨ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਸਿਪਾਹੀ ਭੇਜ ਦਿੱਤੇ, ਜਾਓ ਜਿੰਨੇ ਵੀ ਹਨ ਸਾਰਿਆਂ ਨੂੰ ਪਕੜ ਕੇ ਲੈ ਕੇ ਆਓ। ਉਹਨਾਂ ਨੂੰ ਚੱਕੀ ਦੇ ਕੇ ਬਿਠਾ ਦਿੱਤਾ ਵੀ ਇੱਥੇ ਬੈਠੋ ਤੇ ਸਵਾ ਸਵਾ ਮਣ ਪੀਸਣ ਪੀਸੋ, ਹਰ ਰੋਜ਼ ਬਹਿ ਕੇ ਇੱਥੇ ਚੱਕੀ ਪੀਸਿਆ ਕਰੋ, ਆਟਾ ਪੀ ਪੀ ਕੇ ਸਾਨੂੰ ਦੇਣਾ ਕਰੋ। ਤੁਸੀਂ ਉਹ ਝੂਠੇ, ਤੁਸੀਂ ਸਾਰੀ ਦੁਨੀਆ ਲੁੱਟ ਕੇ ਖਾ ਗਏ। ਕੋਈ ਸਿੱਧ ਬਣ ਗਿਆ, ਕੋਈ ਪੀਰ ਬਣ ਗਿਆ, ਕੋਈ ਫਕੀਰ ਬਣ ਗਿਆ, ਅੱਧੀ ਦੁਨੀਆ ਤਾਂ ਤੁਸੀਂ ਲੁੱਟ ਕੇ ਖਾ ਗਏ ਹੋ। ਪਰ ਤੁਹਾਡੇ ਵਿੱਚੋਂ ਕਿਸੇ ਨੇ ਕਰਾਮਾਤ ਨਹੀਂ ਵਿਖਾਈ। ਜਦੋਂ ਆਪਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਦੇ ਹਾਂ ਕਿ ਜਦੋਂ ਗੁਰੂ ਸਾਹਿਬ ਦੇ ਨਾਲ ਨਾਲ ਰਾਜਿਆਂ ਦੀ, ਬਾਦਸ਼ਾਹਾਂ ਦੀ ਕਥਾ ਚੱਲਦੀ ਹੈ ਨਾ, ਕਰੀਬਨ ਹਰ ਇੱਕ ਬਾਦਸ਼ਾਹ ਗੁਰੂ ਸਾਹਿਬ ਤੋਂ ਇਹੀ ਚਾਹੁੰਦਾ ਸੀ ਵੀ ਸਾਨੂੰ ਕਰਾਮਾਤ ਵਿਖਾਉਣ, ਵੀ ਦੱਸਣ ਵੀ ਅਸੀਂ ਕਰਾਮਾਤੀਆਂ। ਉਹ ਕਰਾਮਾਤ ਵੇਖਣਾ ਚਾਹੁੰਦੇ ਸੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਤਾਂ ਬਾਬੇ ਰਾਮ ਰਾਏ ਨੂੰ ਭੇਜਿਆ, ਉਹਨਾਂ ਨੇ ਜਾ ਕੇ ਕਰਾਮਾਤਾਂ ਵਿਖਾਈਆਂ ਉੱਥੇ, ਉਹ ਇਹੀ ਤਾਂ ਵੇਖਣਾ ਚਾਹੁੰਦੇ ਸਨ। ਇਸ ਤਰ੍ਹਾਂ ਜਿਹੜਾ ਇਹ ਬ੍ਰਹਮ ਖਾਨ ਸੀਗਾ ਇਹ ਵੀ ਕਹਿੰਦਾ ਵੀ ਤੁਸੀਂ ਦੁਨੀਆ ਲੁੱਟ ਕੇ ਖਾ ਗਏ, ਤੁਸੀਂ ਅੱਜ ਤੱਕ ਕੋਈ ਕਰਾਮਾਤ ਨਹੀਂ ਸਾਨੂੰ ਦਿਖਾਈ। ਤੇ ਇਸੇ ਪ੍ਰਕਾਰ ਹੀ ਕਹਿੰਦੇ ਨਾ ਹੀ ਤੁਸੀਂ ਕਦੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਹੈ। ਹੁਣ ਉੱਥੇ ਜਿੰਨੇ ਵੀ ਸਿੱਧ ਪੀਰ ਆਦਿਕ ਸਨ ਉਹਨਾਂ ਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ ਸੀ ਤੇ ਉਹ ਸਾਰੇ ਜਾਣੇ ਇਕੱਠੇ ਰਲ ਕੇ ਅਰਦਾਸਾਂ ਕਰਦੇ ਨੇ, ਹੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਇੱਕ ਤੁਸੀਂ ਹੀ ਹੋ ਜਿਹੜੇ ਸਾਨੂੰ ਇੱਥੋਂ ਛੁਡਾ ਸਕਦੇ ਹੋ। ਸਤਿਗੁਰੂ ਤੁਹਾਨੂੰ ਹੀ ਬਿਰਧ ਬਾਣੀ ਦੀ ਲਾਜ ਹੈ, ਆਪ ਜੀ ਕਿਰਪਾ ਕਰੋ ਆਪਣੇ ਬਿਰਧ ਦੀ ਲਾਜ ਰੱਖੋ। ਸਤਿਗੁਰੂ ਸਾਰੇ ਭੇਖਾਂ ਨੂੰ ਤੁਸੀਂ ਆਪ ਰੱਖਣ ਵਾਲੇ ਹੋ, ਭਾਵ ਸਾਰਿਆਂ ਦੇ ਉੱਤੇ ਤੁਸੀਂ ਪਰਦਾ ਪਾਉਣ ਵਾਲੇ ਹੋ। ਕਹਿੰਦੇ ਹਨ ਜਿੱਥੇ ਫੌਜ ਹੋਵੇ ਨਾ ਤੇ ਫੌਜ ਦੇ ਵਿੱਚ ਸਾਰੇ ਸੂਰਮੇ ਨਹੀਂ ਹੁੰਦੇ, ਕੁਝ ਪਿੱਛੇ ਭੱਜਣ ਵਾਲੇ ਵੀ ਹੁੰਦੇ ਨੇ, ਵੀ ਕੋਈ ਮੌਕਾ ਮਿਲੇ ਤੇ ਮੈਦਾਨੇ ਜੰਗ ਚੋਂ ਦੌੜ ਜਾਈਏ। ਜੇ ਇੱਕ ਸੂਰਮਿਆਂ ਦਾ ਫੌਜ ਦਾ ਭਾਰੀ ਦਲ ਹੈ ਤੇ ਸਾਰੇ ਉਹਦੇ ਵਿੱਚ ਸੂਰਮੇ ਨਹੀਂ ਹੁੰਦੇ। ਤੇ ਜਿਹੜੇ ਬੇਲੇ ਹੁੰਦੇ ਨੇ ਨਾ, ਝੱਲਾਂ ਹੁੰਦੀਆਂ ਨੇ, ਉਹਨਾਂ ਵਿੱਚ ਇੱਕੋ ਹੀ ਸ਼ੇਰ ਹੁੰਦਾ ਹੈ। ਤੇ ਇਸੇ ਪ੍ਰਕਾਰ ਕੋਈ ਵੱਡਾ ਦਲ ਹੋਵੇ ਤੇ ਸੂਰਮਾ ਉਹਦੇ ਵਿੱਚ ਇੱਕੋ ਹੀ ਹੁੰਦਾ ਹੈ। ਇਸ ਤਰ੍ਹਾਂ ਜਦੋਂ ਉਹਨਾਂ ਨੇ ਅਰਦਾਸ ਬੇਨਤੀਆਂ ਕੀਤੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ
ਤੇ ਹਜ਼ੂਰ ਜੀ ਉਹਨਾਂ ਨੂੰ ਆਪ ਹੀ ਹੱਸ ਕੇ ਕਹਿਣ ਲੱਗੇ, ਭਾਈ ਤੁਸੀਂ ਤਾਂ ਆਪ ਹੀ ਸਾਰਾ ਕੁਝ ਕਰਨ ਯੋਗ ਹੋ, ਤੁਸੀਂ ਸਾਡੇ ਕੋਲ ਅਰਦਾਸਾਂ ਕਰਦੇ ਹੋ ਵੀ ਤੁਸੀਂ ਕਿਰਪਾ ਕਰੋ, ਤੁਹਾਡੇ ਕੋਲ ਵੀ ਤਾਂ ਸਮਰੱਥਾ ਹੈ, ਵਾਹਿਗੁਰੂ ਨੇ ਤੁਹਾਨੂੰ ਵੀ ਤਾਕਤ ਦਿੱਤੀ ਹੈ। ਆਪਕੋ ਜਸ ਤੁਮ ਦੇਤ ਹੋ, ਕਲ ਕੋ ਸਭ ਭਲ ਹੋਗ। ਹਜ਼ੂਰ ਕਹਿੰਦੇ ਤੁਸੀਂ ਸਾਨੂੰ ਜਸ ਦੇਣਾ ਚਾਹੁੰਦੇ ਹੋ ਵੀ ਮਹਾਰਾਜ ਤੁਸੀਂ ਸਾਨੂੰ ਇੱਥੋਂ ਛੁਡਾ ਲਓ। ਹਜ਼ੂਰ ਕਹਿੰਦੇ ਕੋਈ ਨਹੀਂ ਭਾਈ, ਕੱਲ ਨੂੰ ਸਾਰਿਆਂ ਦਾ ਹੀ ਭਲਾ ਹੋ ਜਾਣਾ, ਤੁਹਾਡਾ ਪਾਰ ਉਤਾਰਾ ਹੋ ਜਾਣਾ ਹੈ। ਜੋ ਪਈ ਸਭ ਸੰਤਨ ਨਿਜ ਚੱਕੀ ਚਲਾਏ। ਜਦੋਂ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਬਾਦਸ਼ਾਹ ਵੱਲੋਂ, ਭਾਵਾਂ ਕਿ ਭਾਈ ਸੰਤੋਖ ਸਿੰਘ ਜੀ ਦਾ ਜਦੋਂ ਜ਼ਿਕਰ ਪੜ੍ਹੀਏ ਜਾਂ ਕੁਝ ਗ੍ਰੰਥ ਇਹ ਵੀ ਪੜ੍ਹਨ ਨੂੰ ਮਿਲੇ ਨੇ ਕਿ ਬਾਬਰ ਨੇ ਮਹਾਰਾਜ ਨੂੰ ਗ੍ਰਿਫਤਾਰ ਕੀਤਾ, ਪਰ ਇੱਥੇ ਜਿਹੜਾ ਜ਼ਿਕਰ ਕੀਤਾ ਗਿਆ ਉਹ ਬ੍ਰਹਮ ਖਾਨ ਲੋਧੀ ਦਾ ਜ਼ਿਕਰ ਕੀਤਾ ਗਿਆ। ਉਹਨੇ ਮਹਾਂਪੁਰਸ਼ ਕੈਦ ਕੀਤੇ ਹੋਏ ਸਨ ਤੇ ਉਹਨਾਂ ਨੂੰ ਚੱਕੀਆਂ ਦਿੱਤੀਆਂ ਸਨ, ਪਰ ਜਦੋਂ ਗੁਰੂ ਸਾਹਿਬ ਦਿੱਲੀ ਵਿਖੇ ਗਏ ਤੇ ਬ੍ਰਹਮ ਖਾਨ ਨੇ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਵੀ ਤੂੰ ਵੀ ਉਹਨਾਂ ਦੇ ਵਿੱਚ ਇੱਕ ਹੈ, ਤੂੰ ਵੀ ਇੱਧਰ ਆ। ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਉੱਥੇ ਰੱਖਿਆ ਗਿਆ ਜਿੱਥੇ ਉਹ ਸਾਰੇ ਸਨ, ਤੇ ਕਹਿੰਦੇ ਜਿੰਨੀਆਂ ਵੀ ਉਹ ਚੱਕੀਆਂ ਸਨ ਨਾ, ਜਦੋਂ ਮਹਾਰਾਜ ਨੇ ਉੱਥੇ ਚਰਨ ਪਾਏ ਤੇ ਉਹ ਸਾਰੀਆਂ ਚੱਕੀਆਂ ਆਪੇ ਹੀ ਚੱਲਣ ਲੱਗ ਪਈਆਂ, ਕਿਸੇ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ ਪਈ, ਉਹ ਚੱਕੀਆਂ ਆਪੇ ਹੀ ਚੱਲਣ ਲੱਗ ਪਈਆਂ ਹਨ। ਤੇ ਫਿਰ ਕਹਿੰਦੇ ਗੁਰੂ ਸਾਹਿਬ ਜੀ ਦੇ ਸੀਸ ਤੇ ਉਹਨਾਂ ਨੇ ਭਰੀ ਹੋਈ ਟੋਕਰੀ ਚੁਕਾ ਦਿੱਤੀ ਵੀ ਚੁੱਕ ਕੇ ਲੈ ਕੇ ਜਾਓ। ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੁਰਨ ਲੱਗੇ ਤੇ ਮਹਾਰਾਜ ਨੇ ਟੋਕਰੀ ਨੂੰ ਹੱਥ ਨਹੀਂ ਲਾਇਆ, ਉਹ ਸਿਰ ਤੋਂ ਨਾ 1.5 ਗਿੱਠ ਉੱਚੀ ਟੋਕਰੀ, ਜਿਉਂ-ਜਿਉਂ ਮਹਾਰਾਜ ਤੁਰੀ ਜਾਣ ਤੇ ਉਹ 1.5 ਗਿੱਠ ਉੱਚੀ ਰਹੇ ਸਿਰ ਤੋਂ, ਸੀਸ ਨਾਲ ਨਹੀਂ ਲੱਗੀ ਮਹਾਰਾਜ ਦੇ। ਤੇ ਇਹ ਵੀ ਜ਼ਿਕਰ ਆਉਂਦਾ, ਭਾਈ ਸੰਤੋਖ ਸਿੰਘ ਲਿਖਦੇ ਵੀ ਉਹਨਾਂ ਕੋਲ ਨਾ ਅੜਬ ਘੋੜਾ ਸੀਗਾ। ਜਦੋਂ ਮਹਾਰਾਜ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਨਾ, ਲੈ ਕੇ ਗਏ ਜੇਲ੍ਹ ਦੇ ਵਿੱਚ, ਤੇ ਉਹਨਾਂ ਨੇ ਮਰਦਾਨੇ ਨੂੰ ਅਰਬ ਘੋੜਾ ਪਕੜਾ ਦਿੱਤਾ ਤੇ ਮਹਾਰਾਜ ਨੂੰ ਟੋਕਰੀ ਚੁਕਾ ਦਿੱਤੀ। ਹੁਣ ਟੋਕਰੀ ਤਾਂ ਜਿਹੜੀ ਸੀ ਗਿੱਠ ਸਵਾ ਗਿੱਠ ਉੱਪਰ ਹੋ ਗਈ, ਸੀਸ ਨਾਲ ਨਹੀਂ ਲੱਗੀ। ਤੇ ਜਿਹੜਾ ਉਹ ਅਰਬ ਘੋੜਾ ਸੀਗਾ, ਜਦੋਂ ਭਾਈ ਮਰਦਾਨੇ ਨੂੰ ਪਕੜਾਇਆ, ਉਹ ਕਹਿੰਦੇ ਮਹਾਰਾਜ ਇਹ ਤਾਂ ਮੇਰੇ ਕੋਲ ਸੰਭਲਣਾ ਨਹੀਂ। ਗੁਰੂ ਸਾਹਿਬ ਕਹਿੰਦੇ ਫਿਕਰ ਨਾ ਕਰ, ਇਹਨੇ ਆਪੇ ਹੀ ਤੇਰੇ ਪਿੱਛੇ ਤੁਰਿਆ ਹੋਣਾ। ਉਹ ਘੋੜਾ ਆਪੇ ਹੀ ਮਹਾਰਾਜ ਦੇ ਭਾਈ ਮਰਦਾਨੇ ਦੇ ਨਾਲ ਨਾਲ ਤੁਰਿਆ ਆਇਆ। ਇਹ ਕੌਤਕ ਗੁਰੂ ਸਾਹਿਬ ਜੀ ਨੇ ਉੱਥੇ ਕਹਿੰਦੇ ਵਰਤਾਏ। ਤੇ ਉੱਥੇ ਜੇਲ੍ਹ ਵਿੱਚ ਪਈਆਂ ਹੋਈਆਂ ਚੱਕੀਆਂ ਵੀ ਸਤ ਕਰਤਾਰ ਹੀ ਬੋਲਦੀਆਂ ਨੇ। ਇਹੋ ਜੀ ਕਲਾ ਮੇਰੇ ਸਤਿਗੁਰੂ ਜੀ ਨੇ ਉੱਥੇ ਵਰਤਾ ਦਿੱਤੀ ਹੈ। ਇਸ ਤਰ੍ਹਾਂ ਜਿੰਨੇ ਵੀ ਉੱਥੇ ਮਹਾਂਪੁਰਸ਼ ਗ੍ਰਿਫਤਾਰ ਕੀਤੇ ਗਏ ਸਨ, ਉਹਨਾਂ ਸਾਰਿਆਂ ਦੇ ਉੱਪਰ ਗੁਰੂ ਸਾਹਿਬ ਜੀ ਨੇ ਪਰਦਾ ਪਾ ਕੇ ਉਹਨਾਂ ਨੂੰ ਰੱਖ ਲਿਆ, ਉਹਨਾਂ ਦੀ ਲਾਜ ਰੱਖ ਲਈ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦਾ ਉੱਥੇ ਬਹੁਤ ਜ਼ਿਆਦਾ ਜਸ ਹੋਣ ਲੱਗਾ, ਮਹਿਮਾ ਹੋਣ ਲੱਗੀ ਹੈ। ਉੱਥੇ ਇੱਕ ਬਾਗ ਸੀਗਾ ਬਾਦਸ਼ਾਹ ਦਾ, ਉਸ ਬਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ। ਇੱਕ ਹਾਥੀ ਸੀ ਤੇ ਜਿਹੜਾ ਮਹਾਵਤ ਸੀ, ਹਥਵਾਨ ਸੀਗਾ, ਉਹਦਾ ਹਾਥੀ ਉੱਥੇ ਮਰ ਗਿਆ। ਉੱਥੇ ਬੈਠਾ ਹੋਇਆ ਰੋ ਰਿਹਾ ਸੀ ਵੀ ਮੇਰਾ ਹਾਥੀ ਮਰ ਗਿਆ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਦੇ ਪਾਸ ਗਏ। ਪਹਿਲਾਂ ਉੱਥੇ ਇਹ ਕੌਤਕ ਵਰਤਿਆ ਵੀ ਉਹ ਬਾਗ ਸੁੱਕਾ ਸੀਗਾ, ਜਦੋਂ ਬਾਗ ਵਿੱਚ ਚਰਨ ਪਾਏ ਤੇ ਬਾਗ ਹਰਾ ਭਰਾ ਹੋ ਗਿਆ। ਤੇ ਜਿਹੜਾ ਉਹ ਹਾਥੀ ਸੀ ਜਦੋਂ ਮਰ ਗਿਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਭਾਈ ਵੀ ਤੂੰ ਰੋਂਦਾ ਕਿਉਂ ਹੈ? ਕਹਿੰਦੇ ਮਹਾਰਾਜ ਇਹ ਮੇਰੀ ਰੋਜੀ ਰੋਟੀ ਸੀ, ਗੁਜ਼ਾਰਾ ਸੀ, ਇਹਦੇ ਨਾਲ ਹੀ ਸਾਰਾ ਕੁਝ ਮੇਰਾ ਚੱਲਦਾ ਸੀ। ਤੇ ਕਈਆਂ ਇਹ ਵੀ ਲਿਖਿਆ ਵੀ ਉਹ ਹਾਥੀ ਬਾਦਸ਼ਾਹ ਦਾ ਸੀਗਾ, ਪਰ ਜਦੋਂ ਉਹਦੀ ਮੌਤ ਹੋ ਗਈ ਉਹਨੇ ਰੋ ਕੇ ਆਪਣੀ ਸਾਰੀ ਵਿਥਿਆ ਗੁਰੂ ਸਾਹਿਬ ਨੂੰ ਦੱਸੀ। ਤੇ ਹਜ਼ੂਰ ਕਹਿੰਦੇ ਭਾਈ ਮਰਦਾਨੇ ਨੂੰ, ਮਰਦਾਨਿਆ ਚੱਲ ਉੱਠ, ਜਲ ਛਿੜਕ, ਸਤਨਾਮ ਵਾਹਿਗੁਰੂ ਕਹਿ। ਤੇ ਭਾਈ ਮਰਦਾਨਾ ਜੀ ਉੱਠੇ, ਉਹਨਾਂ ਨੇ ਜਲ ਛਿੜਕਿਆ, ਸਤਨਾਮ ਵਾਹਿਗੁਰੂ ਕਿਹਾ, ਤੇ ਉਹ ਹਾਥੀ ਜਿਹੜਾ ਸੀ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰ ਤਾਨ ਮਿਲਾਇਆ, ਮੂਹੇ ਹਾਥੀ ਨੂੰ ਗੁਰੂ ਸਾਹਿਬ ਨੇ ਜਿਉਂਦਾ ਕਰ ਦਿੱਤਾ। ਸ੍ਰੀ ਸਤਿਗੁਰੂ ਦੇ ਉਠਾਏ, ਮੁਰਦਾ ਸੀ ਧਰਤੀ ਤੇ ਪਿਆ ਸੀ, ਉਹਨੂੰ ਜਿਉਂਦਾ ਕਰਕੇ ਉਠਾ ਦਿੱਤਾ ਹੈ। ਹੁਣ ਕੋਈ ਸਵਾਲ ਕਰੇ ਵੀ ਉਹ ਹਥਵਾਨ ਤੇ ਕਿਉਂ ਕਿਰਪਾ ਕੀਤੀ ਮਹਾਰਾਜ ਨੇ ਵੀ ਇੰਨੇ ਤੋਠੀ ਪਏ ਵੀ ਹਾਥੀ ਜਿਉਂਦਾ ਕਰ ਦਿੱਤਾ? ਕਹਿੰਦੇ ਉਹ ਜਿਹੜਾ ਹਥਵਾਨ ਮਹਾਵਤ ਸੀ ਉਹਨੇ ਪਹਿਲਾਂ ਸੰਤਾਂ ਦੀ ਟਹਿਲ ਸੇਵਾ ਕੀਤੀ ਸੀ, ਉਹ ਮਹਾਂਪੁਰਖਾਂ ਦੀ ਸੇਵਾ ਕਰਦਾ ਸੀ, ਇਸ ਕਰਕੇ ਉਹਦੇ ਉੱਤੇ ਪਾਤਸ਼ਾਹ ਨੇ ਬੜੀ ਦਇਆ ਮਿਹਰਾਮਤ ਕਰ ਦਿੱਤੀ ਹੈ। ਜਦੋਂ ਇਹ ਗੱਲ ਬਾਦਸ਼ਾਹ ਨੇ ਸੁਣੀ, ਉਹ ਗੁਰੂ ਸਾਹਿਬ 'ਤੇ ਕ੍ਰੋਧਿਤ ਹੋ ਗਿਆ, ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਹੈ।
ਉਹ ਕਹਿਣ ਲੱਗਾ ਵੀ ਇਸ ਹਿੰਦੂ ਨੇ ਇਹ ਜਾਦੂ ਚਲਾ ਦਿੱਤਾ। ਉਹਨਾਂ ਨੂੰ ਥੋੜਾ ਪਤਾ ਸੀ ਵੀ ਨਾਨਕ ਨਿਰਮਲ ਪੰਥ ਚਲਾਇਆ, ਇਹਨਾਂ ਨੇ ਵੀ ਸੱਚ ਦਾ ਰਾਹ ਤੋੜ ਦਿੱਤਾ ਹੈ, ਸਿੱਖ ਪੰਥ ਦੀ ਨੀਂਹ ਰੱਖ ਦਿੱਤੀ ਹੈ। ਉਹ ਹਿੰਦੂ ਹੀ ਸਮਝਦੇ ਸਨ, ਇਸ ਕਰਕੇ ਉਹ ਕਹਿੰਦਾ ਵੀ ਇਸ ਹਿੰਦੂ ਨੇ ਇੱਥੇ ਆ ਕੇ ਜਾਦੂ ਕਰ ਦਿੱਤਾ ਹੈ। ਹੁਕਮ ਦਿੱਤਾ ਵੀ ਜਾਓ ਇਹਨੂੰ ਸ਼ਹਿਰ ਤੋਂ ਬਾਹਰ ਕੱਢ ਦਿਓ, ਮੇਰੀ ਨਗਰੀ ਵਿੱਚ ਨਹੀਂ ਰਹਿਣਾ ਚਾਹੀਦਾ, ਦੂਰ ਕਿਤੇ ਛੱਡ ਕੇ ਆਓ ਤਾਂ ਕਿ ਮੁੜ ਕੇ ਦਿੱਲੀ ਵਿੱਚ ਨਾ ਵੜ ਸਕੇ। ਗੁਰੂ ਸਾਹਿਬ ਕਹਿਣ ਲੱਗੇ ਤੂੰ ਸਾਨੂੰ ਦਿੱਲੀ ਚੋਂ ਬਾਹਰ ਕੱਢਣਾ ਚਾਹੁੰਦਾ ਸੀ ਤਾਂ ਫਿਰ ਆ ਜਾਣਾ ਇੱਥੇ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਤੂੰ ਸਾਨੂੰ ਦਿੱਲੀ ਚੋਂ ਬਾਹਰ ਕੱਢਣਾ ਚਾਹੁੰਦਾ ਹੈ, ਅਸੀਂ ਦੁਬਾਰਾ ਮੁੜ ਕੇ ਫਿਰ ਦਿੱਲੀ ਵਿੱਚ ਆਵਾਂਗੇ। ਇੱਥੇ ਤਾਂ ਦਿੱਲੀ ਦਾ ਪਾਤਸ਼ਾਹ ਵੀ ਤਖਤ ਤੇ ਬਿਠਾਵਾਂਗੇ। ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਗਏ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗਏ, ਨੌਵੇਂ ਪਾਤਸ਼ਾਹ ਜੀ ਦਿੱਲੀ ਵਿਖੇ ਚਰਨ ਪਾਉਂਦੇ ਨੇ, ਤੇ ਗੁਰਮੁਖੋ ਦਸਵੇਂ ਪਾਤਸ਼ਾਹ ਉਹਨਾਂ ਨੇ ਆਪ ਤਖਤ ਤੇ ਬਹਾਦਰ ਸ਼ਾਹ ਨੂੰ ਬਿਠਾਇਆ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਰਾਜ ਦਿੱਤਾ ਤੇ ਦਸਵੇਂ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਰਾਜ ਦੇ ਕੇ ਉਹਨੂੰ ਤਖਤ ਤੇ ਬਿਠਾਇਆ। ਉਹ ਕਹਿੰਦਾ ਮੈਂ ਤੁਹਾਨੂੰ ਦਿੱਲੀ ਚੋਂ ਬਾਹਰ ਕੱਢਣ ਲੱਗਾ, ਜਾਓ ਦੂਰ ਛੱਡ ਕੇ ਆਓ, ਕਿਤੇ ਦੁਬਾਰਾ ਨਾ ਵੜ ਜਾਇਓ। ਗੁਰੂ ਸਾਹਿਬ ਜੀ ਕਹਿੰਦੇ ਦੁਬਾਰਾ ਆਵਾਂਗੇ ਤੇ ਬਾਦਸ਼ਾਹ ਨੂੰ ਵੀ ਤਖਤ ਤੇ ਬਿਠਾਵਾਂਗੇ ਤੇ ਫਿਰ ਦਿੱਲੀ ਦੇ ਉੱਤੇ ਗੁਰੂ ਖਾਲਸੇ ਦੀ ਫੌਜ ਵੀ ਚੜ੍ਹ ਕੇ ਆਏਗੀ ਤੇ ਦਿੱਲੀ ਤੇ ਰਾਜ ਵੀ ਕਰੇਗੀ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਉੱਥੇ ਕਰਕੇ ਗਏ ਹਨ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਵੀ ਤੂੰ ਬੋਲ ਰਿਹਾ ਨਾ ਵੀ ਜਾਓ ਇਹਨਾਂ ਨੂੰ ਬਾਹਰ ਕੱਢ ਕੇ ਆਓ ਇੱਥੋਂ, ਇਹ ਤੂੰ ਨਹੀਂ ਬੋਲ ਰਿਹਾ, ਅਸਲ ਵਿੱਚ ਜਿਹੜਾ ਕਾਲ ਹੈ ਨਾ ਉਹ ਤੇਰੇ ਸਿਰ ਤੇ ਚੜ੍ਹ ਕੇ ਬੋਲ ਰਿਹਾ ਹੈ। 1878 ਸਾਲ ਇਸੇ ਪ੍ਰਕਾਰ ਕਹਿੰਦੇ ਨੇ ਵੀ 1878, ਵੈਸੇ ਇੱਥੇ ਸੰਮਤ ਜਿਹੜਾ 1500 ਕਰੀਬਨ 78 ਚਾਹੀਦਾ ਸੀਗਾ ਤੇ 1521 ਕੋ ਈਸਵੀ ਦਾ ਸਮਾਂ ਜਿਹੜਾ ਉਹ ਬਣ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਵੀ ਇਹ ਜਿਹੜਾ ਸੰਮਤ ਹੈ, ਇਸ ਸੰਮਤ ਵਿੱਚ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਸਨ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਉਹਨੂੰ ਫਟਕਾਰ ਮਾਰੀ ਤੇ ਉਹ ਜਿਹੜਾ ਬ੍ਰਹਮ ਖਾਂ ਲੋਧੀ ਬਾਦਸ਼ਾਹ ਜਿਹੜਾ ਸੀਗਾ ਤੇ ਕਹਿੰਦੇ ਵੀ ਉਹਨੂੰ ਬਾਏ ਦੀ ਮਾਰ ਪੈ ਗਈ, ਭਾਵ ਮਸਤਾਨਾ ਹੋ ਗਿਆ, ਕਮਲਾ ਪਾਗਲ ਹੋ ਗਿਆ ਹੈ। ਫਿਰ ਚੁਗੱਤਾ ਆ ਗਿਆ, ਭਾਵ ਬਾਬਰ ਆ ਗਿਆ ਤੇ ਬਾਬਰ ਨੇ ਆ ਕੇ ਦਿੱਲੀ ਲੈ ਲਈ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਤੇ ਬਾਬਰ ਸਿੱਖ ਬਣ ਗਿਆ, ਕਿਉਂਕਿ ਏਮਨਾਬਾਦ ਦੀ ਕਥਾ ਆਪਾਂ ਸੁਣ ਚੁੱਕੇ ਹਾਂ। ਉੱਥੇ ਗੁਰੂ ਸਾਹਿਬ ਨਾਲ ਬਾਬਰ ਦਾ ਮੇਲ ਹੋਇਆ, ਉਹਨੂੰ ਰਾਜ ਦਿੱਤਾ, ਉਹ ਸਿੱਖ ਬਣ ਗਿਆ, ਭਾਵਨਾ ਦੇ ਵਿੱਚ ਆ ਗਿਆ ਤੇ ਨਿਭ ਕੇ ਰਾਜ ਲੈ ਗਿਆ ਗੁਰੂ ਸਾਹਿਬ ਕੋਲੋਂ। ਇਸ ਤਰ੍ਹਾਂ ਜਿਹੜੀ ਦਿੱਲੀ ਸੀਗੀ ਉਹ ਬ੍ਰਹਮ ਖਾਂ ਲੋਧੀ ਦੇ ਕੋਲੋਂ ਆ ਕਰਕੇ ਬਾਬਰ ਨੇ ਖੋਹ ਲਈ, ਉੱਥੋਂ ਦਾ ਰਾਜ ਭਾਗ ਜਿਹੜਾ ਸੀਗਾ ਉਹ ਆਪਣੇ ਹੱਥ ਵੱਸ ਦੇ ਵਿੱਚ ਕਰ ਲਿਆ ਤੇ ਇਸ ਪ੍ਰਕਾਰ ਉਹਨਾਂ ਕੋਲੋਂ ਰਾਜ ਭਾਗ ਖੋਇਆ ਗਿਆ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਕੈਪਟਨ ਮਰੀ ਮੈਨੂੰ ਇਹ ਕਹਿਣ ਲੱਗਾ ਕਿ ਹੁਣ ਮੈਨੂੰ ਜਿਹੜਾ ਇਹ ਅਗਲਾ ਭੇਦ ਸੁਣਾਣਾ ਕਰ। ਗੁਰੂ ਨਾਨਕ ਪਾਚੇ ਗੁਰ ਪਏ ਤਿਨ ਕੋ ਦਿਓ ਬਤਾਏ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਫਿਰ ਜਿਹੜੇ ਹੋਰ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦਾ ਵੀ ਭੇਦ ਜਿਹੜਾ ਉਹ ਮੈਨੂੰ ਦੱਸਣਾ ਕਰ, ਕਿਹੜੇ ਗੁਰੂ ਸਾਹਿਬ ਤਖਤ ਉੱਤੇ ਬੈਠੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਕੈਪਟਨ ਮਰੀ ਨੂੰ ਫਿਰ ਸਾਰਾ ਬਿਉਰਾ ਦੱਸ ਦਿੱਤਾ ਹੈ, ਇਸ ਤਰ੍ਹਾਂ ਸਾਰਾ ਵੇਰਵਾ ਵਿਸਥਾਰ ਦੇ ਨਾਲ ਸਮਝਾ ਦਿੱਤਾ ਹੈ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਭਾਈ ਲਹਿਣਾ ਸਾਹਿਬ ਨੇ ਸੇਵਾ ਕੀਤੀ ਸਤਿਗੁਰਾਂ ਦੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੂਪ ਵਿੱਚ ਉਹ ਤਖਤ ਤੇ ਬੈਠੇ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਨਾ ਸੀ ਭਾਈ ਲਹਿਣਾ ਜੀ, ਪਰ ਗੁਰੂ ਸਾਹਿਬ ਨੇ ਅੰਗਦ ਨਾਮ ਰੱਖਿਆ। ਅੰਗਦ ਦਾ ਭਾਵ ਆਪਣੀ ਗਲਵੱਕੜੀ ਵਿੱਚ ਲਿਆ, ਆਖਿਆ ਅਸੀਂ ਆਪਣੇ ਅੰਗਾਂ ਤੋਂ ਤੁਹਾਨੂੰ ਪ੍ਰਗਟ ਕੀਤਾ। ਅੰਗਦ ਸਾਡੇ ਅੰਗ ਦੇ ਨਾਲ ਲੱਗ ਕੇ ਤੁਸੀਂ ਅੱਜ ਇਸ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਹੋ ਗਏ ਹੋ। ਇਸ ਤਰ੍ਹਾਂ ਨਾਮ ਅੰਗਦ ਰੱਖ ਕੇ ਉਹਨਾਂ ਨੂੰ ਤਖਤ ਉੱਪਰ ਬਿਰਾਜਮਾਨ ਕਰਾ ਦਿੱਤਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਜੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵੀ ਸਾਰੀ ਕਥਾ ਆਪਾਂ ਕਥਨ ਕਰਨ ਲੱਗ ਜਾਈਏ, ਇਹ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ ਜਿਹਦਾ ਆਪਾਂ ਅੰਤ ਨਹੀਂ ਪਾ ਸਕਦੇ। ਅੰਗਦ ਤੇ ਗੁਰ ਭਇਓ ਅਮਰਦਾਸ।
ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਉੱਪਰ ਵਿਰਾਜਮਾਨ ਹੋਏ। ਉਹਨਾਂ ਨੇ ਵੀ ਇਸੇ ਪ੍ਰਕਾਰ ਬਜ਼ੁਰਗੀ ਅਵਸਥਾ ਵਿੱਚ ਆ ਕਰਕੇ ਸੇਵਾ ਕੀਤੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਤੇ ਫਿਰ ਤਖਤ ਉੱਪਰ ਵਿਰਾਜਮਾਨ ਹੋ ਗਏ ਹਨ। ਪਾਤਸ਼ਾਹੀ ਦਾਵਾ ਜਾਸ, ਫਿਰ ਉਹਨਾਂ ਨੇ ਪਾਤਸ਼ਾਹੀ ਦਾ ਦਾਵਾ ਰੱਖਿਆ। ਇਹਦਾ ਭਾਵ ਇਹ ਹੈ, ਇੱਕ ਪਹਿਲਾ ਜਿਹੜਾ ਅਰਥ ਇਹ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਆਪ ਸੇਵਾ ਕੀਤੀ। ਭਾਵੇਂ ਪੁੱਤਰ ਸਨ ਨਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ, ਭਾਈ ਦਾਤੂ ਵਰਗੇ ਨੇ ਲੱਤ ਵੀ ਮਾਰੀ, ਦਾਵਾ ਤਾਂ ਉਹ ਰੱਖਦੇ ਸਨ ਵੀ ਸਾਡਾ ਪਿਤਾ ਸੀ ਤੇ ਗੱਦੀ ਵੀ ਸਾਡੀ, ਪਰ ਉਹਨਾਂ ਨੂੰ ਪ੍ਰਾਪਤ ਕੁਝ ਨਾ ਹੋਇਆ। ਤੇ ਜਿਹੜਾ ਪਾਤਸ਼ਾਹੀ ਦਾਵਾ ਉਹ ਗੁਰੂ ਅਮਰਦਾਸ ਜੀ ਰੱਖਦੇ ਸਨ, ਕਿਉਂਕਿ ਉਹਨਾਂ ਨੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਪ੍ਰੇਮ ਨਾਲ ਸੇਵਾ ਕੀਤੀ ਤੇ ਸੇਵਾ ਕਰਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਫਿਰ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਉਹ ਵੀ ਪਾਤਸ਼ਾਹੀ ਦਾਵਾ ਰੱਖਦੇ ਸਨ। ਮਹਾਰਾਜ ਨੇ ਉਹਨਾਂ ਨੂੰ ਪਾਤਸ਼ਾਹ ਬਣਾ ਦਿੱਤਾ ਤੇ ਉਹ ਵੀ ਅੱਗੋਂ ਫਿਰ ਜਿਹੜਾ ਉਹਨਾਂ ਦੀ ਸੇਵਾ ਕਰਦਾ ਸੀ ਉਹਨਾਂ ਨੂੰ ਵੀ ਅੱਗੋਂ ਪਾਤਸ਼ਾਹੀ ਬਣਾਉਂਦੇ ਸਨ। ਇਸ ਤਰ੍ਹਾਂ ਸਾਧ ਸੰਗਤ ਹਿੰਦੁਸਤਾਨ ਦੇ 22 ਜਿਹੜੇ ਸੂਬੇ ਸਨ ਉਹ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਨਿਭਾ ਦਿੱਤੇ। ਅਕਬਰ ਬਾਦਸ਼ਾਹ ਬੜਾ ਅਦਬ ਰੱਖਦਾ ਸੀ, ਮਹਾਰਾਜ ਦੇ ਲੰਗਰਾਂ ਦੇ ਵਿੱਚ ਆ ਕੇ ਉਹਨੇ ਪ੍ਰਸ਼ਾਦਾ ਵੀ ਛਕਿਆ। ਇੱਕੋ ਪੰਗਤ ਦੇ ਵਿੱਚ ਬਹਿ ਕੇ, ਜਿਸ ਪੰਗਤ ਵਿੱਚ ਸੰਗਤ ਬੈਠੀ ਸੀ ਉਸੇ ਪੰਗਤ ਵਿੱਚ ਬਹਿ ਕੇ ਉਹਨੇ ਲੰਗਰ ਛਕਿਆ ਨਿਮਰਤਾ ਦੇ ਨਾਲ। ਤੇ ਅਕਬਰ ਦੀ ਨੀਤੀ ਥੋੜੀ ਵੱਖਰੀ ਸੀ ਦੂਜਿਆਂ ਨਾਲੋਂ। ਉਹ ਚਾਹੁੰਦਾ ਸੀ ਵੀ ਸਾਰੇ ਇੱਕੋ ਜਿਹੇ ਨੇ, ਹਰ ਕਿਸੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ, ਆਪਣੇ ਧਰਮ ਕਮਾਉਣ ਦਾ ਹੱਕ ਹੈ, ਉਹ ਕਿਸੇ ਨੂੰ ਤੰਗ ਨਹੀਂ ਸੀ ਕਰਦਾ। ਇਸ ਪ੍ਰਕਾਰ ਉਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਅੱਗੇ ਉਹ ਨਿਭਦਾ ਰਿਹਾ। ਸੋ ਇਸ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ 22 ਸੂਬੇ ਜਿਹੜੇ ਹਿੰਦੁਸਤਾਨ ਦੇ ਆਪਣੇ ਸਨਮੁਖ ਨਿਭਾ ਲਏ ਹਨ। ਪਾਤਸ਼ਾਹੀ ਦਾਵੇ ਜਿਤਨ ਜਿਤਾਏ, ਤੇ ਜਿਹੜੇ ਅੱਗੋਂ ਪਾਤਸ਼ਾਹੀ ਦਾ ਦਾਵਾ ਵੀ ਰੱਖਦੇ ਸਨ ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਜਿੱਤ ਲਿਆ, ਉਹਨਾਂ ਤੇ ਜਿੱਤ ਦੀ ਪ੍ਰਾਪਤੀ ਕੀਤੀ ਹੈ। ਰਾਮਦਾਸ ਪੂਰਨ ਮਤ ਠਾਈ, ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਜੇਠਾ ਜੀ ਜਿਹੜੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਏ, ਬੜੇ ਪ੍ਰੇਮ ਨਾਲ ਉਹਨਾਂ ਨੇ ਸੇਵਾ ਕੀਤੀ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਸਰੂਪ ਉਹਨਾਂ ਨੇ ਧਾਰਨ ਕੀਤਾ, ਜਿਨ੍ਹਾਂ ਦੀ ਮਤ ਪੂਰਨ ਸੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ। ਇਹ ਪਰਮੇਸ਼ਰ ਦੀ ਪੂਰੇ ਦੀ ਕਰਾਮਾਤ ਸੀ, ਕਲਾ ਸੀ। ਆਪ ਸਿਰਜਣਹਾਰ ਹੈ ਧਾਰਿਆ, ਉਸ ਸਿਰਜਣਹਾਰ ਪਰਮੇਸ਼ਰ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਰੂਪ ਧਾਰਨ ਕੀਤਾ ਸੀਗਾ। ਅੱਜ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਈਏ, ਦਰਬਾਰ ਸਾਹਿਬ ਜਾਈਏ, ਪਰਿਕਰਮਾ ਦੇ ਵਿੱਚ ਜਦੋਂ ਵੀ ਕੋਈ ਸਿੱਖ ਮਸਤਕ ਰੱਖਦਾ ਹੈ ਤੇ ਉਹਦੇ ਮੁਖ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਸ਼ਬਦ ਨਿਕਲਦਾ ਹੈ। ਇੰਨੀ ਵੱਡੀ ਵਡਿਆਈ ਦੇ ਮਾਲਕ ਸਨ ਸਤਿਗੁਰੂ ਜੀ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਸੀ ਉਹ ਸੋਢੀਆਂ ਦੇ ਘਰ ਦੇ ਵਿੱਚ ਰਹੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਦੀ ਸਨ, ਬੇਦੀ ਤੋਂ 63 ਕੁਲ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਤੋਂ ਫਿਰ ਭੱਲੇ ਸਨ ਗੁਰੂ ਅਮਰਦਾਸ ਮਹਾਰਾਜ। ਉੱਥੇ ਗੁਰਤਾ ਗੱਦੀ ਆਈ ਤੇ ਬੀਬੀ ਭਾਨੀ ਜੀ ਸੇਵਾ ਕਰਦੇ ਸਨ। ਮਹਾਰਾਜ ਤੁਰ ਪਏ, ਕਹਿਣ ਲੱਗੇ ਵੀ ਮੰਗੋ ਕੀ ਮੰਗਦੇ ਹੋ। ਉਹਨਾਂ ਅਰਦਾਸ ਕੀਤੀ ਮਹਾਰਾਜ ਘਰ ਦੀ ਘਰ 'ਚ ਹੀ ਰਹਿ ਜਾਏ, ਵੀ ਗੁਰਤਾ ਗੱਦੀ ਘਰ ਦੀ ਘਰ ਵਿੱਚ ਹੀ ਰਹਿ ਜਾਏ। ਤੇ ਸਤਿਗੁਰੂ ਮਹਾਰਾਜ ਕਹਿੰਦੇ ਠੀਕ ਹੈ, ਮੰਗ ਤੁਸੀਂ ਜੋ ਲਿਆ ਇਹੀ ਪ੍ਰਾਪਤ ਹੋਏਗਾ। ਤੇ ਹਜੂਰ ਕਹਿੰਦੇ ਪਰ ਕਸ਼ਟ ਵੀ ਸਹਿਣੇ ਪੈਣਗੇ, ਕਿਉਂਕਿ ਅੱਗੇ ਸਮਾਂ ਬੜਾ ਭਿਅੰਕਰ ਆ ਰਿਹਾ ਸੀਗਾ। ਤੋ ਇਸ ਪ੍ਰਕਾਰ ਫਿਰ ਸਤਿਗੁਰਾਂ ਨੇ ਜਿਹੜਾ ਵਰ ਦਿੱਤਾ ਸੀ ਉਸ ਵਰ ਦੇ ਮੁਤਾਬਕ ਜਿਹੜੀ ਗੁਰਤਾ ਗੱਦੀ ਹੈ ਉਹ ਸੋਢੀ ਬੰਸ ਦੇ ਵਿੱਚ ਰਹਿ ਗਈ ਹੈ। ਅਰਜਨ ਗੁਰ ਹਰ ਗੋਬਿੰਦ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਜਦੋਂ ਭਾਈ ਲਹਿਣਾ ਜੀ ਉਹ ਸੇਵਕ ਸਨ ਤੇ ਗੁਰੂ ਅਮਰਦਾਸ ਮਹਾਰਾਜ ਸੇਵਕ ਸਨ, ਗੁਰੂ ਰਾਮਦਾਸ ਮਹਾਰਾਜ ਸੇਵਕ ਸਨ, ਪਰ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਸੋਢ ਬੰਸ ਵਿੱਚ ਗੁਰਤਾ ਗੱਦੀ ਰਹਿ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸੁਪੁੱਤਰ ਸਨ, ਜਿਨ੍ਹਾਂ ਨੇ ਸੇਵਾ ਤੇ ਪ੍ਰੇਮ ਭਾਵਨਾ ਦੇ ਨਾਲ ਗੁਰਤਾ ਗੱਦੀ ਜਿਹੜੀ ਪ੍ਰਾਪਤ ਕਰ ਲਈ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਿਹੜੇ ਸੁਪੁੱਤਰ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੇ ਉਹਨਾਂ ਨੇ ਜਿਹੜੀ ਗੁਰਤਾ ਗੱਦੀ ਸਤਿਗੁਰਾਂ ਤੋਂ ਪ੍ਰਾਪਤ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੜਗ ਚੁੱਕ ਕੇ, ਤਲਵਾਰ ਚੁੱਕ ਕੇ ਜਿਹੜੇ ਦੁਸ਼ਮਣ ਸਨ ਸਾਰਿਆਂ ਨੂੰ ਦਬਾ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੀ ਜਦੋਂ ਸ਼ਹਾਦਤ ਹੋਈ ਹੈ ਤੇ ਪੰਜਵੇਂ ਪਾਤਸ਼ਾਹ ਨੇ ਇਹ ਬਚਨ ਜ਼ਰੂਰ ਆਖਿਆ ਸੀਗਾ। ਇਹ ਬਚਨ ਜਿਹੜੇ ਨਾਲ ਦੇ ਸਿੱਖ ਸਨ ਨਾ, 5 ਸਿੱਖ, ਉਹਨਾਂ ਨੂੰ ਆਖਿਆ ਸੀ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਵੀ ਹੁਣ ਸਮਾਂ ਲੰਘ ਗਿਆ ਸ਼ਾਂਤੀ ਵਾਲਾ, ਹੁਣ ਸ਼ਸਤਰ ਧਾਰਨ ਕਰਨ ਦਾ ਸਮਾਂ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ 2 ਤਲਵਾਰਾਂ ਪਹਿਨਾਈਆਂ ਗਈਆਂ ਬਾਬਾ ਬੁੱਢਾ ਜੀ ਦੁਆਰਾ, ਇੱਕ ਮੀਰੀ ਦੀ, ਇੱਕ ਪੀਰੀ ਦੀ, ਤੇ ਸ੍ਰੀ ਅਕਾਲ ਤਖਤ ਸਾਹਿਬ ਸਜਾਇਆ ਸਤਿਗੁਰਾਂ ਨੇ। ਉਹਦੀ ਸਿਰਜਣਾ ਕਰਕੇ ਤਖਤ ਤੇ ਬਹਿ ਕੇ ਹੁਕਮ ਹੋਇਆ, ਜਿਹੜਾ ਸਿੱਖ ਸ਼ਸਤਰ ਘੋੜਾ ਸਾਡੇ ਕੋਲ ਲੈ ਕੇ ਆਏਗਾ ਉਹਦੇ ਤੇ ਵੱਧ ਖੁਸ਼ੀ ਸਾਡੀ ਹੋਵੇਗੀ। ਇਸ ਤਰ੍ਹਾਂ ਉਦੋਂ ਸੈਨਿਕ ਗੁਰਸਿੱਖ ਆ ਕੇ ਸਤਿਗੁਰਾਂ ਦੇ ਪਾਸ ਰਹਿਣ ਲੱਗੇ। ਮਹਾਰਾਜ ਨੇ ਉਹਨਾਂ ਨੂੰ ਘੋੜਸਵਾਰੀ, ਸ਼ਸਤਰ ਵਿਦਿਆ ਦੀ ਦਾਤ ਜਿਹੜੀ ਆ ਉਹ ਬਖਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਤੇ ਪੀਰੀ ਦੋਨੇ ਦਿਖਾਈਆਂ। ਅੱਜ ਵੀ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ ਤੇ ਪਰਿਕਰਮਾ ਦੇ ਵਿੱਚ 2 ਨਿਸ਼ਾਨ ਝੂਲਦੇ ਨੇ, ਇੱਕ ਮੇਰੀ ਦਾ, ਇੱਕ ਪੀਰੀ ਦਾ। ਤੇ ਜਿਹੜਾ ਨਿਸ਼ਾਨ ਹੈ ਨਾ, 2 ਨਿਸ਼ਾਨ ਇਕੱਠੇ ਨੇ, ਇੱਕ ਛੋਟਾ ਤੇ ਇੱਕ ਵੱਡਾ ਹੈ। ਜਿਹੜਾ ਪੀਰੀ ਦਾ ਨਿਸ਼ਾਨ ਹੈ ਉਹ ਪੀਰੀ ਦਾ ਨਿਸ਼ਾਨ ਵੱਡਾ ਹੈ ਤੇ ਮੇਰੀ ਦਾ ਜਿਹੜਾ ਨਿਸ਼ਾਨ ਉਹ ਛੋਟਾ ਰੱਖਿਆ ਗਿਆ। ਜਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬਿਰਾਜਮਾਨ ਹੋਵੋ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ, ਪਰ ਜਦੋਂ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਬੈਠੋ ਤੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਬੜੀ ਵੱਡੀ ਖੇਡ ਹੈ ਮਹਾਰਾਜ ਦੀ। ਭਗਤੀ ਤੇ ਸ਼ਕਤੀ, ਰਾਜ ਤਖਤ ਦੀ ਗੱਲ ਹੈ ਤੇ ਭਗਤੀ ਦੀ ਗੱਲ ਹੈ। ਦੋਨੇ ਜਿਹੜੇ ਉਹ ਪੱਖ ਸਮਝਣ ਵਾਲੇ ਨੇ। ਅਕਾਲ ਤਖਤ ਸਾਹਿਬ ਮੇਰੀ ਹੈ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਉਹ ਪੀਰੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਜਦੋਂ ਅਕਾਲ ਤਖਤ ਸਾਹਿਬ ਤੇ ਬੈਠੇ ਹੋ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਤੇ ਉੱਥੇ ਬਹਿ ਕੇ ਫੈਸਲਾ ਕਰਨ ਵਾਲਾ ਇਹ ਧਿਆਨ ਵਿੱਚ ਰੱਖੇ ਕਿ ਜਿਹੜਾ ਫੈਸਲਾ ਹੈ ਉਹ ਧਰਮ ਦੇ ਚਾਨਣੇ ਦੇ ਵਿੱਚ ਲੈਣਾ ਹੈ, ਸੱਚ ਦੇ ਚਾਨਣੇ ਵਿੱਚ ਸੱਚ ਦਾ ਹੀ ਫੈਸਲਾ ਲੈਣਾ ਹੈ, ਸੱਚ ਦਾ ਨਿਆਂ ਕਰਨਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ 2 ਜਿਹੜੀਆਂ ਤਲਵਾਰਾਂ ਮੇਰੀ ਪੀਰੀ ਦੀਆਂ ਪਹਿਨ ਕੇ ਤੇ ਸੰਸਾਰ ਵਿੱਚ ਮੇਰੀ ਪੀਰੀ ਵਿਖਾਈ ਹੈ। ਹੁਣ ਬੜੀ ਵੱਡੀ ਇੱਕ ਹੋਰ ਵੀ ਖੇਡ ਹੈ ਮੇਰੀ ਤੇ ਪੀਰੀ ਦੀ। ਸਾਧੂ ਜਿਹੜਾ ਆ ਬਾਦਸ਼ਾਹ ਨਹੀਂ ਹੋ ਸਕਦਾ ਤੇ ਬਾਦਸ਼ਾਹ ਸਾਧੂ ਨਹੀਂ ਹੋ ਸਕਦਾ। ਕਵੀ ਸੈਨਾਪਤੀ ਤਾਂ ਹੀ ਕਹਿੰਦੇ ਨੇ, ਸਾਧ ਮੈਂ ਨਾ ਸ਼ੇਰਪਨ, ਸ਼ੇਰ ਮੈਂ ਨਾ ਸਾਧਪਨ, ਦੋਹਪਨ ਦੇਖੀਏ ਤਾਂ ਆਪ ਹੀ ਕੇ ਮਗ ਮੈਂ। ਸੰਤ ਸਿਪਾਹੀ ਨਹੀਂ ਹੁੰਦਾ ਤੇ ਸਿਪਾਹੀ ਸੰਤ ਨਹੀਂ ਹੁੰਦਾ, ਆਮ ਜੀ ਗੱਲ ਹੈ। ਗੁਰੂ ਸਾਹਿਬ ਜੀ ਨੇ ਦੋਨੇ ਚੀਜ਼ਾਂ ਇੱਕ ਜਗ੍ਹਾ ਤੇ ਰੱਖ ਦਿੱਤੀਆਂ। ਮੀਰੀ ਵੀ ਰੱਖ ਦਿੱਤੀ, ਬਾਦਸ਼ਾਹੀ ਵੀ ਰੱਖ ਦਿੱਤੀ ਹੈ ਤੇ ਪੀਰੀ ਵੀ ਰੱਖ ਦਿੱਤੀ ਹੈ। ਭਗਤੀ ਬੰਦਗੀ ਵੀ ਹੈ, ਸੰਤ ਵੀ ਨੇ ਤੇ ਨਾਲ ਫਿਰ ਸਿਪਾਹੀ ਵੀ ਨੇ। ਇਸ ਤਰ੍ਹਾਂ ਮਹਾਰਾਜ ਜੀ ਦੇ ਫਿਰ ਸ਼ਾਹਜਹਾਨ ਦੇ ਨਾਲ ਜੰਗ ਹੋਏ ਤੇ 4 ਜਿਹੜੇ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਕੀਤੇ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਲੱਲਾ ਬੇਗ ਸੀ, ਕਾਬਲ ਦਾ ਕਹਿੰਦੇ ਸਿਪਾਹੀ ਸੀਗਾ, ਸੋ ਸਿਪਰ ਸਲਾਰ ਸੀਗਾ, ਉੱਥੋਂ ਦਾ ਸੂਬਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਉਹ ਜੰਗ ਕਰਨ ਵਾਸਤੇ ਆਇਆ ਤੇ ਜਿੱਥੇ ਮਹਾਰਾਜ ਦਾ ਜੰਗ ਹੋਇਆ ਤੇ 35,000 ਫੌਜਾਂ ਲੈ ਕੇ ਆਇਆ ਗੁਰੂ ਸਾਹਿਬ ਜੀ ਦੇ ਸਨਮੁਖ ਤੇ ਮੈਦਾਨੇ ਜੰਗ ਦੇ ਵਿੱਚ ਇੱਕੋ ਦਿਨ ਦੇ ਵਿੱਚ ਹੀ ਫਤਿਹ ਕਰ ਦਿੱਤਾ ਜੰਗ ਗੁਰੂ ਸਾਹਿਬ ਨੇ। ਤੇ ਲੱਲਾ ਬੇਗ ਇਸੇ ਪ੍ਰਕਾਰ ਜੰਗ ਵਿੱਚ ਸ਼ਿਕਸਤ ਖਾ ਗਿਆ ਗੁਰੂ ਸਾਹਿਬ ਜੀ ਦੇ ਹੱਥੋਂ। ਇਸ ਤਰ੍ਹਾਂ ਜਿਹੜੇ ਫੌਜਦਾਰ ਸਨ, ਕੰਬਰ ਬੇਗ ਵਰਗੇ, ਲੱਲਾ ਬੇਗ ਵਰਗੇ, ਗੁਰੂ ਸਾਹਿਬ ਨੇ ਮੈਦਾਨੇ ਜੰਗ ਵਿੱਚ ਮਾਰ ਦਿੱਤੇ ਤੇ ਇਸੇ ਤਰ੍ਹਾਂ ਪਾਤਸ਼ਾਹੀ ਦੀ ਵੀ ਸਫਾਈ ਕਰ ਦਿੱਤੀ। ਸ਼ਾਹਜਹਾਨ ਬਾਦਸ਼ਾਹ ਸੋਚਦਾ ਸੀ ਮੈਂ ਤਾਂ ਬਾਦਸ਼ਾਹ ਦਿੱਲੀ ਦਾ ਠਹਿਰਿਆ, ਇਹਨਾਂ ਦੇ ਕੋਲ ਕੀ ਹੈ, ਪਰ ਜਦੋਂ ਫੌਜਾਂ ਭੇਜਦਾ ਸੀ ਤੇ ਮੈਦਾਨੇ ਜੰਗ ਵਿੱਚ ਇਹੋ ਜਿਹੀ ਕਰਾਰੀ ਹਾਰ ਮਿਲੀ ਕਿ ਸ਼ਾਹਜਹਾਨ ਬਾਦਸ਼ਾਹ ਵੀ ਟਿੱਕੇ ਬਹਿ ਗਿਆ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਪੋਤਰੇ ਸਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ। 5 ਸਪੁੱਤਰ ਸਨ ਪੰਜਵੇਂ ਪਾਤਸ਼ਾਹ ਜੀ ਦੇ, ਮਾਫ ਕਰਨਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਤੇ ਇੱਕ ਬੇਟੀ ਸੀ ਬੀਬੀ ਵੀਰੋ ਜੀ। ਤੇ ਜਿਹੜੇ 5 ਪੁੱਤਰ ਸਨ 6ਵੇਂ ਪਾਤਸ਼ਾਹ ਜੀ ਦੇ, ਉਹਨਾਂ ਦੇ ਵਿੱਚ ਮਹਾਰਾਜ ਦੇ ਪੁੱਤਰ ਸਨ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਜਿਹੜੇ ਵੱਡੇ ਸਪੁੱਤਰ ਸਨ ਉਹ ਸਨ ਬਾਬਾ ਗੁਰਦਿੱਤਾ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ 6ਵੇਂ ਪਾਤਸ਼ਾਹ ਜੀ ਦੇ ਸਪੁੱਤਰ ਸਨ ਤੇ ਜਿਹੜੇ ਵੱਡੇ ਸਪੁੱਤਰ ਸਨ ਉਹ ਬਾਬਾ ਗੁਰਦਿੱਤਾ ਜੀ ਸਨ।
ਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸੋ ਇਸੇ ਪ੍ਰਕਾਰ ਸਾਧ ਸੰਗਤ ਉਹਨਾਂ ਨੂੰ ਜਿਹੜੀ ਗੁਰਤਾ ਗੱਦੀ, ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਗਈ, ਕਿਉਂਕਿ ਭਾਈ ਸੂਰਜਮਲ ਜੀ, ਭਾਈ ਅਣੇ ਰਾਏ ਜੀ, ਬਾਬਾ ਅਟਲ ਰਾਏ ਜੀ, ਉਹਨਾਂ ਦੀ ਪਰਖ ਕੀਤੀ ਗੁਰੂ ਸਾਹਿਬ ਜੀ ਨੇ। ਬਾਬਾ ਅਟਲ ਰਾਏ ਜੀ ਤਾਂ ਖੈਰ ਬਚਪਨ ਦੇ ਵਿੱਚ ਉਹ ਸਰੀਰ ਜਿਹੜਾ ਸੀ ਆਪਣਾ ਤਿਆਗ ਗਏ ਸਨ, ਤੇ ਗੁਰੂ ਸਾਹਿਬ ਜੀ ਨੇ ਕੇਵਲ ਤਾਂ ਕੇਵਲ ਗੁਰਤਾ ਗੱਦੀ ਦੇ ਯੋਗ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਨੂੰ ਹੀ ਸਮਝਿਆ। ਬਾਬਾ ਗੁਰਦਿੱਤਾ ਜੀ ਉਹ ਵੀ ਸਰੀਰ ਤਿਆਗ ਗਏ ਸਨ। ਉਹਨਾਂ ਨੇ ਗਊ ਮਾਰ ਦਿੱਤੀ ਸੀ, ਸ਼ਿਕਾਰ ਖੇਡਦਿਆਂ ਜਾਣ ਕੇ ਨਹੀਂ ਮਾਰੀ, ਅਚਾਨਕ ਹੀ ਕਿਤੇ ਗਊ ਮਰ ਗਈ ਉਹਨਾਂ ਹੱਥੋਂ, ਤੇ ਉੱਥੋਂ ਦੇ ਲੋਕ ਰੋਲਾ ਪਾਉਣ ਲੱਗ ਗਏ ਤੇ ਉਹਨਾਂ ਨੇ ਜਿਉਂਦੀ ਕਰ ਦਿੱਤੀ। ਜਦੋਂ ਵਾਪਸ ਘਰ ਵਿੱਚ ਆਏ ਤੇ ਮਹਾਰਾਜ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵੀ ਸਹੀ ਨਹੀਂ ਕੀਤਾ ਤੁਸੀਂ, ਤੁਹਾਨੂੰ ਹੱਕ ਨਹੀਂ, ਕਰਤਾਰ ਦੀ ਆਗਿਆ ਦੇ ਵਿੱਚ ਦਖਲ ਨਹੀਂ ਕਰ ਸਕਦੇ, ਤੇ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਤੇ ਕਹਿੰਦੇ ਆਪ ਬਾਬਾ ਗੁਰਦਿੱਤਾ ਜੀ ਨੇ ਚਾਦਰਾ ਤਾਣਿਆ ਤੇ ਸਰੀਰ ਤਿਆਗ ਦਿੱਤਾ। ਬਾਬੇ ਅਟਲ ਰਾਏ ਜੀ ਨੇ ਵੀ ਇਹੀ ਕੌਤਕ ਵਰਤਾਇਆ। ਉਹਨਾਂ ਦਾ ਸਾਥੀ ਸੀ ਬਚਪਨ ਦਾ, ਖੇਡਦੇ ਪਏ ਸਨ, ਕਿਤੇ ਵਾਰੀ ਦੇਣੀ ਉਹਦੇ ਸਿਰ ਤੇ ਰਹਿ ਗਈ, ਹਨੇਰਾ ਪੈ ਗਿਆ ਨਾ, ਕਹਿੰਦੇ ਵੀ ਚੱਲ ਕੱਲ੍ਹ ਵਾਰੀ ਲੈ ਲਾਂਗੇ, ਮੋਹਨ ਸੀ ਉਹਦਾ ਨਾਂ, ਤੇ ਅਗਲੇ ਦਿਨ ਉਹ ਕਿਤੇ ਸੱਪ ਲੜਿਆ, ਉਹ ਚੜ੍ਹਾਈ ਕਰ ਗਿਆ ਰਾਤ। ਤੇ ਜਦੋਂ ਬਾਬਾ ਜੀ ਸਵੇਰੇ ਉੱਥੇ ਗਏ ਤੇ ਜਾ ਕੇ ਕਹਿਣ ਲੱਗੇ ਨੇ ਵੀ ਮੋਹਨ ਆ ਭਾਈ ਬਾਹਰ ਵਾਰੀ ਦੇ, ਹੁਣ ਉਹ ਚੜ੍ਹਾਈ ਕਰ ਗਿਆ ਸੀਗਾ। ਮਾਪੇ ਕਹਿੰਦੇ ਉਹਨਾਂ ਨੂੰ ਪਤਾ ਸੀ ਵੀ ਕਲਾਵਾਨ ਨੇ, ਕਹਿੰਦੇ ਜੀ ਤੁਸੀਂ ਆਪ ਉਠਾ ਲਓ। ਕਹਿੰਦੇ ਵੀ ਮੇਰੀ ਵਾਰੀ ਦੇਣੀ ਹੈ, ਹੁਣ ਤਾਂ ਨਹੀਂ ਉੱਠਦਾ, ਜਾਣ ਬੁੱਝ ਕੇ ਵੀ ਸੁੱਤਾ ਪਿਆ। ਕਹਿੰਦੇ ਗਏ ਤੇ ਗਲ 'ਚ ਪਾਈ ਖੁੰਡੀ ਤੇ ਖੜਾ ਕਰ ਦਿੱਤਾ, ਚੱਲ ਉੱਠ, ਕਹਿੰਦੇ ਮੇਰੀ ਵਾਰੀ ਦੇ। ਉਹ ਉੱਠ ਕੇ ਬਹਿ ਗਿਆ। ਤੇ ਇਧਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਸਤਿਗੁਰਾਂ ਨੇ ਇਸ ਪੁੱਤਰ ਨੂੰ ਸੱਦਿਆ, ਭਾਈ ਆ ਕੀ ਕੀਤਾ? ਫਿਰ ਕਰਾਮਾਤ ਵਿਖਾ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਲੋਹ ਤੇ ਬਹਿ ਕੇ ਉਹਨਾਂ ਕਰਾਮਾਤ ਨਹੀਂ ਵਿਖਾਈ, ਤੁਸੀਂ ਛੋਟੇ ਜਿਹੇ ਕੰਮ ਲਈ ਐਡੀ ਕਰਾਮਾਤ ਵਿਖਾ ਦਿੱਤੀ। ਬਾਬਾ ਅਟਲ ਰਾਏ ਜੀ, ਉਹਨਾਂ ਦਾ ਬੁੰਗ ਹੈ ਨਾ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ, ਤੇ ਗੁਰਮੁਖੋ ਉੱਥੇ ਉਹਨਾਂ ਨੇ ਮਾਤਾ ਕੌਲਾਂ ਜੀ ਦੇ ਨਾਮ ਦਾ ਜਿਹੜਾ ਸਰੋਵਰ ਬਣਿਆ ਸੀ, ਉਹਦੇ ਕੰਢੇ ਤੇ ਜਾ ਕੇ ਆਪਣਾ ਸਰੀਰ ਤਿਆਗ ਦਿੱਤਾ ਛੋਟੀ ਉਮਰੇ ਦੇ ਵਿੱਚ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਤੇ ਬਾਬਾ ਅਟਲ ਰਾਏ ਜੀ ਨੇ ਸਰੀਰ ਤਿਆਗਿਆ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ ਸਨ ਬਾਬਾ ਗੁਰਦਿੱਤਾ ਜੀ, ਵੱਡੇ ਸੁਪੁੱਤਰ ਸਨ, ਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਅੱਗੇ ਗੁਰਤਾ ਗੱਦੀ ਤੇ ਬਿਠਾਇਆ ਗਿਆ। ਔ ਹਰਿ ਕ੍ਰਿਸ਼ਨ ਭਏ ਤਿਮੈ ਗੁਰਦੇਵ। ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ, ਉਹਨਾਂ ਦੇ ਜਿਹੜੇ ਸੁਪੁੱਤਰ ਸਨ ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਤੇ ਬਾਬਾ ਰਾਮ ਰਾਏ ਜੀ ਜਿਹੜੇ ਸਨ, ਉਹਨਾਂ ਨੇ ਬਾਣੀ ਦੀ ਪੰਕਤੀ ਬਦਲ ਦਿੱਤੀ ਸੀਗੀ। ਜਿਹੜੀ ਬਾਣੀ ਦੀ ਪੰਕਤੀ ਆਸਾ ਦੀ ਵਾਰ ਦੇ ਵਿੱਚ ਆਉਂਦੀ ਹੈ, ਮਿੱਟੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ। ਤੇ ਉਹਨਾਂ ਨੇ ਸ਼ਬਦ ਵਰਤਤਾ ਸੀ ਬੇਈਮਾਨ, ਮੁਸਲਮਾਨ ਦੀ ਜਗ੍ਹਾ ਤੇ ਬੇਈਮਾਨ ਸ਼ਬਦ ਆ ਜਿਹੜਾ ਸੀ ਉਹ ਵਰਤਿਆ। ਕਿਉਂ? ਬਾਦਸ਼ਾਹ ਨੇ, ਕਾਜੀ ਮੁਲਾਣਿਆਂ ਨੇ ਚੁਗਲੀ ਕਰ ਦਿੱਤੀ ਨਾ, ਉਹਨਾਂ ਨੇ 72 ਕਰਾਮਾਤਾਂ ਵਿਖਾਈਆਂ। ਉਹ ਬੜਾ ਸ਼ਰਧਾਲੂ ਹੋ ਗਿਆ ਸੀ ਔਰੰਗਾ ਉਹਨਾਂ ਦਾ, ਤੇ ਉਹਨਾਂ ਨੇ ਆਖਿਆ ਵੀ ਆਹ ਵੇਖੋ ਮੌਕਾ ਮਿਲ ਗਿਆ ਨਾ ਉਹਨਾਂ ਨੂੰ ਗੱਲ ਕਰਨ ਦਾ। ਕਾਜੀ ਮੁਲਾਣਿਆਂ ਨੇ ਵੀ ਉਂਝ ਤਾਂ ਹਾਰਿਆ ਨੇ ਵੀ ਚਲੋ ਆਹੀ ਤਰੀਕਾ ਸੀ, ਕਹਿੰਦੇ ਵੀ ਆਖੋ ਆਹ ਵੇਖੋ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਲਿਖਿਆ ਵੀ ਮਿੱਟੀ ਮੁਸਲਮਾਨ ਕੀ। ਜਿਹੜੀ ਕਬਰ ਦੀ ਮਿੱਟੀ ਹੁੰਦੀ ਹੈ ਉਹ ਚੀਕਣੀ ਹੁੰਦੀ ਹੈ, ਤੇ ਘੁਮਿਆਰ ਉਹਦੀਆਂ ਇੱਟਾਂ ਬਣਾਉਂਦਾ ਹੈ। ਚਿਕਨਾਹਟ ਹੁੰਦੀ ਹੈ ਨਾ ਸਰੀਰ ਜਿਹੜਾ, ਉਹਦੇ ਵਿੱਚ ਚਰਬੀ ਆਦਿ ਸਾਰਾ ਕੁਝ ਵਿੱਚ ਰਲ ਜਾਂਦਾ ਹੈ। ਇੱਟਾਂ ਬੜੀਆਂ ਵਧੀਆ ਬਣਦੀਆਂ ਉਹਦੀਆਂ। ਘੜ ਭਾਂਡੇ ਬਣਾ ਦਿੱਤੇ। ਇੱਟਾਂ ਕੀ ਆ, ਉਹਨੇ ਇੱਟਾਂ ਬਣਾਈਆਂ, ਫਿਰ ਆਵੇ ਵਿੱਚ ਰੱਖ ਦਿੱਤੀਆਂ। ਜਿਵੇਂ ਭੱਠੇ ਵਿੱਚ ਇੱਟਾਂ ਪੱਕਦੀਆਂ, ਪਹਿਲਾਂ ਆਵੇ ਹੁੰਦੇ ਸੀ, ਆਵੇ 'ਚ ਇੱਟਾਂ ਰੱਖੀਆਂ। ਹੁਣ ਜਦੋਂ ਅੱਗ ਬਾਲਦਾ, ਜਲਦੀ ਕਰੇ ਪੁਕਾਰ, ਉਹ ਜਦੋਂ ਇੱਟ ਸੜਦੀ ਹੈ ਤੇ ਉਹਦੇ ਵਿੱਚ ਪਾਣੀ ਜਿਹੜਾ ਹੁੰਦਾ, ਨਮੀ ਹੁੰਦੀ ਹੈ, ਉਹ ਨਮੀ ਫਿਰ ਸੜਦੀ ਹੈ, ਉਹਦੀ ਆਵਾਜ਼ ਆਉਂਦੀ ਹੈ ਜਦੋਂ ਪਾਣੀ ਸੜਦਾ ਉਹਦੇ ਵਿੱਚੋਂ। ਤੇ ਗੁਰੂ ਸਾਹਿਬ ਕਹਿੰਦੇ ਵੀ ਉਹ ਸੜਦੀ ਹੋਈ ਫਿਰ ਪੁਕਾਰ ਕਰਦੀ ਹੈ ਪਰਮੇਸ਼ਰ ਦੇ ਕੋਲ। ਤੇ ਕਾਜੀ ਮੁਲਾਣਿਆਂ ਨੇ ਸੋਚਿਆ ਵੀ ਜੇ ਬਾਦਸ਼ਾਹ ਨੂੰ ਇਹ ਪੂਰੀ ਪੰਕਤੀ ਸੁਣਾਉਣਗੇ, ਮੁਸਲਮਾਨ ਆਖਣਗੇ, ਤੇ ਇਹਨੂੰ ਗੁੱਸਾ ਆਵੇਗਾ। ਜਦੋਂ ਬਾਬਾ ਰਾਮ ਰਾਏ ਜੀ ਦਰਬਾਰ ਵਿੱਚ ਆਏ ਔਰੰਗੇ ਦੇ, ਤੇ ਔਰੰਗਾ ਕਹਿੰਦਾ ਜੀ ਆ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਵੀ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਕਹਿੰਦਾ ਨਹੀਂ ਜੀ, ਇੱਥੇ ਤਾਂ ਬੇਈਮਾਨ ਲਿਖਿਆ ਸੀਗਾ, ਇਹ ਤਾਂ ਐਵੇਂ ਕਿਸੇ ਤੁਹਾਨੂੰ ਆਖ ਦਿੱਤਾ ਜੇ। ਬਾਦਸ਼ਾਹ ਖੁਸ਼ ਹੋ ਗਿਆ ਵੀ ਖੈਰ ਚਲੋ ਬੇਈਮਾਨ ਦੀ ਗੱਲ ਕੀਤੀ, ਵੀ ਮੁਸਲਮਾਨ ਦੀ ਗੱਲ ਹੈ ਨਹੀਂ। ਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਚਿੱਠੀ ਭੇਜੀ ਦਿੱਲੀ ਦੇ ਸਿੱਖਾਂ ਨੇ। ਜਦੋਂ ਸਤਿਗੁਰਾਂ ਨੂੰ ਪਤਾ ਲੱਗਿਆ ਤੇ ਹਜ਼ੂਰ ਨੇ ਆਖਿਆ ਕਿ ਪੁੱਤਰ ਜੀ, ਜਿਸ ਦਿਨ ਤੁਸੀਂ ਇੱਥੋਂ ਗਏ ਸੋ, ਇਹ ਬਚਨ ਕਹਿ ਕੇ ਤੋਰਿਆ ਸੀ, ਕਰਾਮਾਤ ਵਿਖਾਇਓ, ਜੋ ਕਰਨਾ ਕਰਿਓ, ਪਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਇੱਕ ਵੀ ਬਚਨ ਨਾ ਕਰਿਓ। ਪਰ ਤੁਸੀਂ ਸਾਡਾ ਬਚਨ ਨਹੀਂ ਮੰਨਿਆ,
गुरु अर्जन देव महाराज तत्ती लो ते बह गए। बादशाह वार-वार कहंदा सी कि गुरु ग्रंथ साहब दे विच मुहम्मद दी सिफत लिख दिओ। कहंदे नहीं, ये अकाली बाणी जैसी मैं आवे, खसम की बाणी तैसड़ा करी ज्ञान वे लालो, ये नहीं हो सकदा। गुरु साहब कहंदे जो लिखिया वो परमेश्वर दे हुक्म नाल लिखिया है। ਉਹ ਤਾਂ ਤੱਤੀ ਲੋਹ ਤੇ ਬਹਿ ਗਏ, ਤੁਸੀਂ ਬਾਣੀ ਦੀ ਪੰਕਤੀ ਬਦਲ ਦਿੱਤੀ, ਸਾਡੇ ਮੁੱਖ ਨਹੀਂ ਜੇ ਲੱਗਣਾ ਤੁਸੀਂ। ਬਾਬੇ ਰਾਮ ਰਾਏ ਨੂੰ ਮਹਾਰਾਜ ਨੇ ਮੂੰਹ ਨਹੀਂ ਲਾਇਆ ਮੁੜ ਕੇ ਉਸ ਤੋਂ ਬਾਅਦ। ਹਾਂ 10ਵੇਂ ਪਾਤਸ਼ਾਹ ਜੀ ਕੋਲੋਂ ਉਹਨਾਂ ਨੇ ਬਾਅਦ 'ਚ ਮਾਫੀ ਮੰਗੀ, ਪਰ ਬਾਬਾ ਰਾਮ ਰਾਏ ਜੀ ਜਿਹੜੇ ਜਿਉਂਦੇ ਸਨ, ਖੈਰ ਕਰਾਮਾਤੀ ਸਨ, ਤਾਕਤਵਰ ਸਨ, ਕਿਉਂਕਿ ਗੁਰੂ ਸਾਹਿਬ ਨੇ ਬਚਨ ਕੀਤਾ ਸੀ। ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਦਿੱਲੀ ਭੇਜਿਆ ਵੀ ਅਸੀਂ ਤੁਹਾਡੀ ਜ਼ਬਾਨ 'ਤੇ ਵਸਦੇ ਹਾਂ, ਜੋ ਤੁਸੀਂ ਕਹੋਗੇ ਉਹੀ ਹੋਵੇਗਾ। ਕਰਾਮਾਤੀ ਸਾਨੂੰ ਸਰੀਰ ਵਿੱਚੋਂ ਨਿਕਲ ਕੇ ਉਹਨਾਂ ਦੀ ਸਿੱਖੀ ਸੇਵਕੀ ਸੀ, ਕਿਸੇ ਦਾ ਭਲਾ ਕਰਨ ਵਾਸਤੇ ਗਏ ਹੋਏ ਸਨ। ਤੇ ਮਸੰਦਾਂ ਨੇ ਸੋਚਿਆ, ਕਿਉਂਕਿ ਇਹ ਵੀ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਹੋਇਆ ਸੀ ਵੀ ਇਸੇ ਤਰ੍ਹਾਂ ਉਤਰਾ ਹੀ ਤੂੰ ਮਰੇਂਗਾ। ਉਹਨਾਂ ਨੇ ਵਿਆਹ ਵੀ ਕਈ ਕੀਤੇ ਸਨ, ਸੰਤਾਨ ਨਹੀਂ ਸਹੀ ਹੋਈ। ਉਹਨਾਂ ਨੇ ਬਚਨ ਕੀਤਾ ਸੀ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਵੀ ਇਹ ਤਾਂ ਚੇਚਕ ਦਾ ਖਾਣਾ ਹੈ, ਇਹ ਬਚਨ ਕਰ ਦਿੱਤਾ ਸੀਗਾ। ਤੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਵੀ ਮਾਫ ਕਰਨਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ, ਵੀ ਤੂੰ ਵੀ ਇੱਦਾਂ ਹੀ ਜਾਏਗਾ। ਤੇ ਜਦੋਂ ਇਹ ਬਚਨ ਹੋਇਆ ਨਾ, ਕੋਈ ਆਖੇ ਜੀ ਵੀ ਈਰਖਾਵਸ ਹੋ ਕੇ ਬਚਨ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਨਹੀਂ। ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਜਦੋਂ ਸਿੱਖਾਂ ਨੇ ਗੱਲ ਦੱਸੀ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਤੁਹਾਨੂੰ ਇਹ ਕਹਿੰਦਾ ਵੀ ਇਹ ਚੇਚਕ ਦਾ ਖਾਣਾ ਨੇ, ਗੁਰੂ ਸਾਹਿਬ ਕਹਿੰਦੇ ਭਾਈ ਕੋਈ ਗੱਲ ਨਹੀਂ। ਕਹਿੰਦੇ ਮਹਾਰਾਜ ਤੁਸੀਂ ਵੀ ਬਚਨ ਕਰੋ ਕੋਈ। ਗੁਰੂ ਸਾਹਿਬ ਕਹਿੰਦੇ ਅਸੀਂ ਬਚਨ ਕੀ ਕਰੀਏ? ਕਹਿੰਦੇ ਮਹਾਰਾਜ ਨਹੀਂ ਤਾਂ ਲੋਕ ਕਹਿਣਗੇ ਵੀ ਉਮਰ ਛੋਟੀ ਹੈ, ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਇਹਨਾਂ ਨੂੰ ਪ੍ਰਾਪਤ ਹੋਈ, ਇਹਨਾਂ ਬਚਨ ਕੋਈ ਨਹੀਂ ਕੀਤਾ। ਸਿੱਖਾਂ ਦੀ ਬੇਨਤੀ ਮੰਨ ਕੇ ਮਹਾਰਾਜ ਨੇ ਬਚਨ ਕੀਤਾ ਸੀ। ਖੈਰ ਬਚਨ ਤਾਂ ਉਹੀ ਕੀਤਾ ਜੋ ਅੱਗੇ ਵਰਤਣਾ ਸੀ ਉਹਨਾਂ ਦੇ ਨਾਲ। ਬਾਬਾ ਰਾਮ ਰਾਏ ਸਰੀਰ ਚੋਂ ਬਾਹਰ ਨਿਕਲੇ, ਜਿਉਂਦੇ ਸਨ, ਅਭਿਆਸੀ ਸਨ। ਤੇ ਮਸੰਦਾਂ ਨੇ ਸੋਚਿਆ ਵੀ ਕਈ ਦਿਨ ਹੋ ਗਏ ਅੰਦਰੋਂ ਬਾਹਰ ਨਹੀਂ ਨਿਕਲੇ। ਉਹਨਾਂ ਨੇ ਜ਼ਬਰਦਸਤੀ ਦਰਵਾਜ਼ਾ ਤੋੜਿਆ। ਮਾਤਾ ਪੰਜਾਬ ਕੌਰ ਉਹਨਾਂ ਦੀ ਘਰਵਾਲੀ ਸੀ, ਉਹ ਮਿੰਨਤਾਂ ਕਰਦੀ ਰਹੀ ਵੀ ਨਾ ਕਰੋ ਭਾਈ ਇੱਦਾਂ। ਮਸੰਦ ਨਹੀਂ ਮੰਨੇ, ਉਹਨਾਂ ਦਰਵਾਜ਼ਾ ਭੰਨਿਆ। ਬਾਬੇ ਰਾਮ ਰਾਏ ਜੀ ਦਾ ਜਿਉਂਦਾ ਹੀ ਸੰਸਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਪਾਉਂਟਾ ਸਾਹਿਬ ਗਏ, ਉੱਥੇ ਫਿਰ ਜਦੋਂ ਮਾਤਾ ਪੰਜਾਬ ਕੌਰ ਨੇ ਚਿੱਠੀ ਪਾਈ ਨਾ ਗੁਰੂ ਸਾਹਿਬ ਨੂੰ, ਬੇਨਤੀਆਂ ਕੀਤੀਆਂ, ਫਿਰ ਉੱਥੇ ਮਸੰਦ ਸਾੜੇ ਮਹਾਰਾਜ ਨੇ, ਜਿਨ੍ਹਾਂ ਨੇ ਬਾਬੇ ਰਾਮ ਰਾਏ ਦਾ ਜਿਉਂਦਿਆਂ ਸੰਸਕਾਰ ਕੀਤਾ ਸੀ। ਇਸੇ ਪ੍ਰਕਾਰ ਉਹਨਾਂ ਨੇ ਖਿਮਾ ਵੀ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚੋਂ ਮੰਗੀ ਸੀਗੀ। ਤੇ ਸਾਧ ਸੰਗਤ ਗੁਰੂ ਸਾਹਿਬ ਨੇ ਇੱਕ ਵਚਨ ਜ਼ਰੂਰ ਕੀਤਾ ਸੀ। ਬਾਬੇ ਰਾਮ ਰਾਏ ਜੀ ਜਦੋਂ ਮਿਲਣ ਆਏ ਨਾ, ਤੇ ਬੇੜੀ ਵਿੱਚ ਬੈਠੇ ਸਨ ਤੇ ਉਹਦੀ ਸੰਗਤ ਪਰਾਂ ਖਲੋਤੀ ਰਹੀ। ਮਹਾਰਾਜ ਕਹਿੰਦੇ ਤੁਹਾਨੂੰ ਤਾਂ ਬਖਸ਼ ਦਿੱਤਾ ਹੈ, ਪਰ ਇਹ ਹਲੇ ਵੀ ਫਟਕਾਰੇ ਨੇ, ਕਿਉਂ ਉਹਨਾਂ ਨੇ ਮਾਫੀ ਨਹੀਂ ਸੀ ਮੰਗੀ ਮਹਾਰਾਜ ਦੇ ਕੋਲੋਂ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਖਤ ਉੱਪਰ ਬੈਠੇ, ਬਾਬੇ ਰਾਮ ਰਾਏ ਨੂੰ ਗੱਦੀ ਨਹੀਂ ਮਿਲੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ ਇਸ ਪ੍ਰਕਾਰ ਛੋਟੀ ਉਮਰ ਦੇ ਵਿੱਚ ਪ੍ਰਾਪਤ ਹੋਈ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੜੇ ਦਿਆਲੂ, ਬੜੇ ਕਿਰਪਾਲੂ। 7 ਸਾਲ ਦੀ ਉਮਰ 'ਚ ਗੱਦੀ 'ਤੇ ਬਹਿਣਾ, 7 ਸਾਲ ਦੀ ਉਮਰ 'ਚ ਬੱਚੇ ਨੂੰ ਹੋਸ਼ ਨਹੀਂ ਹੁੰਦੀ। ਤਖਤ ਉੱਪਰ ਬੈਠੇ ਗੁਰੂ ਨਾਨਕ ਸਾਹਿਬ ਜੀ ਦਾ 8ਵਾਂ ਸਰੂਪ ਸਨ। ਸਿੱਖ ਸੇਵਾ ਕਰਦੇ ਨੇ, ਉਹਨਾਂ ਦੀ ਇੱਛਾ ਪੂਰਨ ਕਰਦੇ ਨੇ। ਦਿੱਲੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗਏ, ਉੱਥੋਂ ਬਾਦਸ਼ਾਹ ਦੀ ਬੇਨਤੀ ਸੁਣ ਕੇ ਤੇ ਗੁਰਮੁਖੋ ਪੰਜੋਖਰਾ ਸਾਹਿਬ ਸਾਰੀਆਂ ਸੰਗਤਾਂ ਜਾਣਦੀਆਂ ਨੇ ਇੱਥੋਂ ਦਾ ਇਤਿਹਾਸ, ਤੇ ਸਾਡੇ ਲਾਗੇ ਹੀ ਹੈ ਪੰਜੋਖਰਾ ਸਾਹਿਬ ਅੰਬਾਲੇ। ਤੇ ਗੁਰੂ ਸਾਹਿਬ ਜੀ ਇੱਥੇ ਰੁਕੇ ਸਨ, ਪੜਾਅ ਕੀਤਾ ਸੀ ਇੱਥੇ ਮਹਾਰਾਜ ਨੇ। ਉੱਥੇ ਲਾਲ ਚੰਦ ਨਾਮਕ ਪੰਡਤ ਰਹਿੰਦਾ ਸੀ। ਜਦੋਂ ਸੰਗਤਾਂ ਦਾ ਇਕੱਠ ਵੇਖਿਆ, ਉਹਨੇ ਆਖਣ ਲੱਗਾ ਵੀ ਇਹ ਕੌਣ ਹੈ? ਸਿੱਖ ਕਹਿੰਦੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਉਹ ਕਹਿੰਦੇ ਵੀ ਦੁਆਪਰ ਯੁੱਗ ਦੇ ਮਾਲਕ ਕ੍ਰਿਸ਼ਨ ਜੀ ਹੋਏ ਨੇ, ਇਹਨਾਂ ਨੇ ਉਹਨਾਂ ਨਾਲੋਂ ਵੀ ਵੱਡਾ ਨਾਮ ਰਖਾ ਲਿਆ। ਗੁਰੂ ਸਾਹਿਬ ਜੀ ਦੇ ਪ੍ਰਤੀ ਇਹੋ ਜਿਹੇ ਉਹਨੇ ਸ਼ਬਦ ਵਰਤੇ, ਹੰਕਾਰੀ ਸੀ ਨਾ। ਤੇ ਕਹਿੰਦਾ ਮੰਨਾਂਗਾ ਤਾਂ ਵੀ ਜੇ ਉਹਨਾਂ ਦੀ ਉਚਾਰੀ ਹੋਈ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਸੁਣਾਉਣਗੇ। ਸਿੱਖਾਂ ਨੇ ਮਹਾਰਾਜ ਨੂੰ ਦੱਸਿਆ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਭਾਈ, ਉਹਨੂੰ ਆਖੋ ਆ ਜਾਓ ਤੇ ਆਪਾਂ ਉਹਦੇ ਨਾਲ ਚਰਚਾ ਕਰ ਲੈਂਦੇ ਹਾਂ। ਗੁਰੂ ਸਾਹਿਬ ਦੇ ਕੋਲ ਆਇਆ। ਹਜ਼ੂਰ ਕਹਿੰਦੇ ਵੀ ਇਸ ਤਰ੍ਹਾਂ ਕਰ ਵੀ ਜੇ ਅਸੀਂ ਅਰਥ ਕਰ ਦਿੱਤੇ, ਤੂੰ ਆਖੇਂਗਾ ਵੀ ਕਿਤੋਂ ਸਿੱਖ ਲਏ ਹੋਣਗੇ। ਪਿੰਡ ਵਿੱਚ ਜਾ, ਜਿਹੜਾ ਤੈਨੂੰ ਚੰਗਾ ਲੱਗਦਾ ਉਹਦੀ ਬਾਂਹ ਫੜ ਲਿਆ। ਛੱਜੂ ਝੀਰ ਸੀ, ਉੱਥੇ ਰਹਿੰਦਾ ਸੀ, ਲੋਕਾਂ ਦਾ ਪਾਣੀ ਢੋਂਦਾ ਸੀ, ਗੂੰਗਾ ਸੀ। ਕਵੀ ਸੰਤੋਖ ਸਿੰਘ ਕਹਿੰਦੇ ਬਹੁਤਾ ਸੁਣਦਾ ਨਹੀਂ ਸੀ, ਬੇਸਮਝ ਸੀਗਾ। ਤੇ ਗੁਰੂ ਸਾਹਿਬ ਦੇ ਸਨਮੁਖ ਉਹਨੂੰ ਲੈ ਆ ਬਾਂਹ ਪਕੜ ਕੇ। ਉਹਨੇ ਸੋਚਿਆ ਵੀ ਇਹਨੂੰ ਤਾਂ ਬੋਲਣਾ ਨਹੀਂ ਆਉਂਦਾ, ਇਹ ਕਿਤੇ ਗੀਤਾ ਦੇ ਅਰਥ ਕਰ ਦੇਗਾ। ਤੇ ਕਹਿੰਦੇ ਸਤਿਗੁਰੂ ਮਹਾਰਾਜ ਦੇ ਹੱਥ ਵਿੱਚ ਛੜੀ ਸੀ, ਜਿਹੜਾ ਉੱਥੇ ਸਰੋਵਰ ਹੈ ਨਾ, ਪਹਿਲਾਂ ਛੋਟਾ ਜਿਹਾ ਉੱਥੇ ਇਹ ਕਹਿ ਲਓ ਵੀ ਛੱਪੜ ਬਣਿਆ ਹੋਇਆ ਸੀ।
आख्या भी इशनान कराओ इनू। इशनान कराया तो गुरु साहब जी दे कोल बिठाया तो छड़ी सीस ते रख दी महाराज ने। खेडदे हुंदे सन, छोटे सन, तो छड़ी हत्थ च रखते सन। वो छड़ी उहदे सीस ते रख दी ते गूंगा बोल उठिया। ये करामात, ये समर्था, ये गुरु की अजमत है, ये गुरु की बख्शिश है। गुरु हरकृष्ण साहब जी ने छड़ी रखी तो बोल उठिया तो गूंगे ने गीता के अर्थ करके सुनाए। उत्थे पंडित लाल चंद महाराज के चरनी टै पिया। इत्थे गुरु हरकृष्ण साहब महाराज कुछ समा रहे, क्योंकि अगे दिल्ली जाना सी, संगतां बड़ियां सन नाल, ते संगतां नूं हुक्म दिता महाराज ने भी तुसीं वापस जाओ इथों। कहंदे महाराज असीं तुहाडे दर्शन करने ने। कहंदे गुरु साहब ने अपने हत्थीं उत्ते निशान लाया, आख्या भी ये अस्थान की महिमा है, इस अस्थान दे दर्शन करने साडे दर्शनां दे तुल ने। जिहदा भी चित करदा होवे साडे दर्शन करन नूं, इस अस्थान ते आके वो दर्शन कर लए। इस तरह मेरे पातशाह इच्छा पूरै सिखन की सिख करें गुर सेव। जिहड़े सिख महाराज की सेवा करते ने उन्हां गुरसिखां दीयां इच्छावां गुरु साहब जी पूर्ण करते हन। इस तरह महाराज गुरु तेग बहादुर साहब जी फिर गुरता गद्दी उपर विराजमान होए। धन गुरु तेग बहादुर साहब जी बाबा वसे ग्राम बकाले। उस वक्त जदों गुरु हरकृष्ण साहब जी ने दिल्ली शरीर त्यागया, चेचक की बीमारी फैली हुई सी। जिवें अजकल आ महामारी कोरोना फैली है ना, इदां उदों चेचक फैली हुई सी, बड़ी भयंकर, लोग मर रहे सन। ते गुरु साहब जी ने उन्हां ते बख्शिश कीती उत्थे, ते वो बीमारी उत्ते ठल पाई। गुरु साहब ने दवाखाना भी खोलिया ते बख्शिशां करके भी लोगों की जिहड़ी बीमारी सी वो सरोवर विचों इशनान करा के गुरु साहब ने निवृत्त करके उन्हां दा पार उतारा गुरु साहब ने कीता। पर अपने शरीर नूं चेचक दा रोग होया ते महाराज ने पंज भूतक शरीर त्यागया ते गुरमुखो वचन कीता भी गुरु तेग बहादुर साहब जी बाबा वसे ग्राम बकाले। बाबा शब्द क्यों वरत्या? क्योंकि गुरु हरगोबिंद साहब सच्चे पातशाह महाराज उन्हां दे सुपुत्र सन, वड्डे लगदे सन। आख्या भी वो ग्राम बकाले वसदे ने। ते साध संगत जी इस तरह गुरु हरकृष्ण साहब महाराज ने कुछ सिख पहलां भी भेजे सन। गुरु साहब जी ने 5 पैसे ते नारियल जिहड़ी वो रस्म सी पहलां ही अदा कर दित्ती सी, सिखां नूं भेजिया सी, वो समगरी दे के। जदों हजूर ने शरीर त्यागया ना, गद्दी उत्थे ही सौंप दी बाबे बकाले नूं मुख करके, ते वो समगरी सी वो सिखां दे हत्थ भेज दी। ते उस सिखां नूं पता सीगा भी गुरु साहब जी ग्राम बकाले रहिंदे ने, तो समगरी लैके पहलां उत्थे पहुँच गए सन। ते भाई मक्खण शाह लबाणे ने बाद विच महाराज नूं प्रगट कीता सी। गद्दी मिल गई सी, महाराज प्रगट नहीं सन होना चाहुंदे। हुक्म होया सी सिखां नूं किसी ने बाहर दसना नहीं भी असीं प्रगट हो गए हाँ। इस तरह गुरु तेग बहादुर साहब जी महाराज गुरता गद्दी उपर विराजमान होए हन। जिन्हां ने पर स्वार्थ वास्ते अपना शीस दिता, अपना बलिदान दिता गुरु तेग बहादुर साहब महाराज ने। सो अगले प्रकरणां विच आपां कुछ क जिहड़ा प्रकरण है सरवण करांगे। नौवें पातशाह जी की जीवनी के उपर बा कमाल का जीवन है नौवें पातशाह जी का। बड़ी महान उन्हां दी तपस्या, बड़ी महान उन्हां दी कमाई सी, भगती कीती है। कई साल वो बंदगी करते रहे। करन वालियां ने शंका भौरे ते कर दिता। पिछे जी रौला पिया सी, किसी ने अखौती ने आख्या महाराज भौरे च बैठे रहे, भाई बंदगी करनी सी ते खेड सी बड़ी वड्डी, गद्दी देनी सी महाराज उदों ही दे देंदे छोटे पुत्र नूं। पर नहीं, ऐसा नहीं सी, समय की खेड सी। उन्हां दी जदों जरूरत सी उदों उन्हां नूं गद्दी प्राप्त होनी सी। ते इस तरह फिर साध संगत 6वें पातशाह जी दे सपुत्र जा करके 9वें जामे विच गुरता गद्दी उत्ते विराजमान होए। इस समय दौरान गुरु साहब जी बंदगी भगती दे विच ही जुड़े गए, क्योंकि उन्हां दे अंदर बैराग ते प्रेम बहुत सीगा। 9वें पातशाह जी की बाणी पढ़ीए, गुरु ग्रंथ साहब जी अंदर सारी बैरागमई बाणी है सतगुरां दी। सो सतगुरु किरपा करन जी हजूर दा पावन उपदेश साडे हिरदियां विच आवसे। लोक सुखीए परलोक सुहेले, नानक हर प्रभ व्यापै मेले। विचारां करदियां बेअंत प्रकार दियां भुल्लां गलतियां हो गईयां होणगीਆਂ, अनजान जहे सेवक जान के खिमा करनी जी। हे गोविंद हे गोपाल हे दयाल ला, प्राणनाथ अनाथ सखे दीन दर्द निवा। हे समर्थ अगम पूर्ण मोहे मया ताय,
ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।